ਹਾਂਜੀ ਪਿਆਰੇ ਵਿਦਿਆਰਥੀਓ, ਕੱਲ ਆਪਾਂ ਵਿਸਤਾਰ ਦੇ ਵਿੱਚ ਕਿਸਾਨੀ ਸੰਕਟ ਦੇ ਸਮੁੱਚੇ ਪਿਛੋਕੜ ਦੇ ਬਾਰੇ ਗੱਲ ਕੀਤੀ ਸੀ। ਇਹ ਕਿਸਾਨੀ ਸੰਕਟ ਜਿਹੜਾ ਹੈਗਾ, ਇਹ ਮਹਿਜ਼ ਵਰਤਮਾਨ ਸੰਕਟ ਨਹੀਂ ਹੈ, ਜਾਂ ਵਰਤਮਾਨ ਦੇ ਵਿੱਚ ਹੀ ਸਿਰਫ ਹੋਂਦ ਵਿੱਚ ਆਇਆ ਸੰਕਟ ਨਹੀਂ ਹੈ, ਜਾਂ ਇਹਦੇ ਵਿੱਚ ਜਿਹੜੀਆਂ ਨੀਤੀਆਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨਾਂ ਨੀਤੀਆਂ ਦਾ ਸੰਬੰਧ ਸਿਰਫ ਪੰਜਾਬ ਤੇ ਭਾਰਤ ਦੇ ਨਾਲ ਵੀ ਨਹੀਂ ਹੈ। ਇਸ ਸੰਕਟ ਦੀ ਸਮੁੱਚਤਾ ਦੇ ਦੋ ਪਾਸਾਰ ਬਣਦੇ ਨੇ। ਇੱਕ ਪਾਸਾਰ ਹੈ ਇਸ ਦਾ ਕਾਲਗਤ, ਇੱਕ ਪਾਸਾਰ ਹੈ ਇਸ ਦਾ ਸਥਾਨਗਤ ਪਾਸਾਰ। ਜਿਹੜਾ ਕਾਲਗਤ ਪਾਸਾਰ ਹੈ ਉਸ ਦਾ ਤਾਲੁਕ 1990 ਦੇ ਨੇੜੇ ਤੇੜੇ ਵਿਸ਼ਵ ਦੀ ਆਰਥਿਕਤਾ ਦੇ ਵਿੱਚ ਜੋ ਵੀ ਤਬਦੀਲੀਆਂ ਹੋਣੀਆਂ ਸ਼ੁਰੂ ਹੋਈਆਂ ਸੀ, ਉਹਨਾਂ ਤਬਦੀਲੀਆਂ ਦੀ ਨਿਰੰਤਰਤਾ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਸਮਝ ਸਕਦੇ ਹਾਂ, ਜੋ ਕਿਸਾਨੀ ਨਾਲ ਸੰਬੰਧਿਤ ਜਿਹੜੇ ਬਿੱਲ ਨੇ ਉਹ ਲਿਆਂਦੇ ਗਏ ਨੇ, ਜਿਸ ਨੂੰ ਅਸੀਂ ਵਿਸ਼ਵੀਕਰਨ ਦੀ ਪ੍ਰਕਿਰਿਆ ਕਹਿੰਦੇ ਹਾਂ। ਇਹ ਪ੍ਰਕਿਰਿਆ 1990 ਦੇ ਨੇੜੇ ਤੇੜੇ ਸ਼ੁਰੂ ਹੁੰਦੀ ਹੈ, ਜਦੋਂ ਸੋਵੀਅਤ ਸੰਘ, ਜਿਹੜਾ ਕਿ USSR ਦੇ ਰੂਪ ਦੇ ਵਿੱਚ ਇੱਕ ਰਾਜਨੀਤਿਕ ਤਾਕਤ, ਅੰਤਰਰਾਸ਼ਟਰੀ ਰਾਜਨੀਤਿਕ ਤਾਕਤ ਦੇ ਤੌਰ ਤੇ ਕਾਰਜਸ਼ੀਲ ਸੀ, ਉਹ ਜਦੋਂ ਇੱਕ ਤਰ੍ਹਾਂ ਨਾਲ ਪਿਛੋਕੜ ਦੇ ਵਿੱਚ ਚਲੇ ਜਾਂਦੀ ਹੈ, ਤਾਕਤ ਕਮਜ਼ੋਰ ਹੋ ਜਾਂਦੀ ਹੈ, ਤਾਂ ਫਿਰ ਜਿਹੜੀਆਂ ਵਿਸ਼ਵੀਕਰਨ ਦੀਆਂ ਸ਼ਕਤੀਆਂ ਨੇ, ਵਪਾਰਵਾਦ ਨਾਲ ਸੰਬੰਧਿਤ ਸ਼ਕਤੀਆਂ ਨੇ, ਅੰਤਰਰਾਸ਼ਟਰੀ ਵਪਾਰ ਦੇ ਨਾਲ ਸੰਬੰਧਿਤ ਸ਼ਕਤੀਆਂ ਨੇ, ਉਹ ਸ਼ਕਤੀਆਂ ਹਾਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਉਸ ਸਮੇਂ ਫਿਰ ਜਿਹੜੇ ਜਿਹਨੂੰ LPG ਕਿਹਾ ਜਾਂਦਾ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ, ਇਸ ਦਾ ਜਿਹੜਾ ਦੌਰਾ ਹੈਗਾ ਉਹ ਚੱਲਦਾ। ਤੇ ਤੁਹਾਨੂੰ ਪਤਾ ਕਿ ਜਿਹੜਾ ਸਮਾਜਵਾਦ ਦਾ ਮਤਲਬ ਹੈਗਾ, ਉਹ ਨਿੱਜੀਕਰਨ ਦੀ ਬਜਾਏ ਸਮੂਹੀਕਰਨ, ਜਾਂ ਇਸ ਨੂੰ ਕਹਿੰਦੇ ਕਿ ਅਸੀਂ ਚੀਜ਼ਾਂ ਨੂੰ ਸੋਸ਼ਲਾਈਜ਼ ਕਰਦੇ ਹਾਂ, ਸਮਾਜੀਕਰਨ ਕਰਦੇ ਹਾਂ ਨਿੱਜੀਕਰਨ ਦੀ ਥਾਂ ਦੇ ਉੱਪਰ, ਤਾਂ ਉਹਦੀ ਥਾਂ ਦੇ ਉੱਪਰ ਨਿੱਜੀਕਰਨ ਦਾ ਜਿਹੜਾ ਬੋਲਬਾਲਾ ਹੋਣਾ ਸ਼ੁਰੂ ਹੁੰਦਾ ਹੈ। ਤੇ ਐਵੇਂ ਪ੍ਰਾਈਵੇਟਾਈਜੇਸ਼ਨ ਦੇ ਨਾਲ ਜਿਹੜਾ ਸੀਗਾ ਕਿ ਤੁਸੀਂ ਲਿਬਰਲਾਈਜ਼ ਕਰੋ, ਲਿਬਰਲਾਈਜ਼ ਕਰਨ ਦਾ ਵੀ ਆਪਣਾ ਬੜਾ ਗਹਿਰਾ ਅਰਥ ਹੈ। ਲਿਬਰਲਾਈਜ਼ ਕਰਨ ਦਾ ਮਤਲਬ ਹੈ ਕਿ ਜਿਹੜੇ ਰਾਸ਼ਟਰੀ ਆਰਥਿਕਤਾਵਾਂ ਨੇ ਆਪਣੀ ਵਸੋਂ ਦੀਆਂ ਜ਼ਰੂਰਤਾਂ ਦੇ ਮੁਤਾਬਕ, ਉਹਨਾਂ ਦੀਆਂ ਆਰਥਿਕ ਜ਼ਰੂਰਤਾਂ ਦੇ ਮੁਤਾਬਕ, ਉਹਨਾਂ ਦੀਆਂ ਰਾਜਨੀਤਿਕ ਜ਼ਰੂਰਤਾਂ ਦੇ ਮੁਤਾਬਕ, ਸੱਭਿਆਚਾਰਕ ਜ਼ਰੂਰਤਾਂ ਦੇ ਮੁਤਾਬਕ ਜੋ ਸਥਾਨਕ ਜਾਂ ਰਾਸ਼ਟਰੀ ਨੀਤੀਆਂ ਤੈਅ ਕਰਨੀਆਂ ਹੁੰਦੀਆਂ ਨੇ, ਉਹਨਾਂ ਦੇ ਉੱਪਰ ਜਿਹੜਾ ਰਾਜ ਦਾ ਨਿਯੰਤਰਣ ਹੁੰਦਾ, ਕੰਟਰੋਲ ਹੁੰਦਾ, ਉਸ ਨੂੰ ਘਟਾਇਆ ਜਾਂਦਾ, ਉਸ ਨੂੰ ਲਿਬਰਲਾਈਜ਼ ਕਰਨਾ ਕਹਿ ਦਿੰਦੇ ਨੇ। ਕਹਿੰਦੇ ਇੰਸਪੈਕਟਰ ਰਾਜ ਖਤਮ ਕਰੋ ਜੀ, ਹੈਨਾ। ਤੇ ਬਹੁਤ ਸਾਰੀਆਂ ਜਿਹੜੀਆਂ ਪਰਮਿਸ਼ਨਸ ਦਿੱਤੀਆਂ ਜਾਂਦੀਆਂ ਨੇ, ਉਹਨਾਂ ਪਰਮਿਸ਼ਨਾਂ ਦਾ ਜਿਹੜਾ ਹੈਗਾ ਉਹ ਪ੍ਰਬੰਧ ਖਤਮ ਕਰੋ। ਤੇ ਜਿਹੜੀਆਂ ਰੋਕਾਂ ਲੱਗੀਆਂ ਹੋਈਆਂ ਨੇ ਅੰਤਰਰਾਸ਼ਟਰੀ ਵਪਾਰ ਦੇ ਉੱਪਰ, ਕਿ ਉਹਦੇ ਉੱਪਰ ਬਹੁਤ ਵੱਡੇ ਟੈਕਸ ਲੱਗਦੇ ਨੇ, ਉਹਦੇ ਤੇ ਜਿਹੜੀ ਕਸਟਮ ਡਿਊਟੀ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਹੈ, ਤੇ ਇੱਕ ਸੀਮਾ ਰੇਖਾ ਹੁੰਦੀ ਹੈ ਕਿ ਇਸ ਤੋਂ ਵੱਧ ਸਰਮਾਇਆ ਜਿਹੜਾ ਹੈਗਾ ਉਹ ਰਾਸ਼ਟਰੀ ਹੱਦਾਂ ਦੇ ਵਿੱਚ ਆ ਨਹੀਂ ਸਕਦਾ, ਬਾਹਰੋਂ ਸਰਮਾਇਆ। ਤੇ ਉਹ ਜਿਹੜਾ ਜਿੰਨਾ ਵੀ ਸਰਮਾਇਆ ਆਊਗਾ ਉਹ 50% ਤੋਂ ਥੱਲੇ ਹੀ ਰਿਹਾ ਹੈ, ਕਿਉਂਕਿ 50% ਤੋਂ ਥੱਲੇ ਰਹਿਣ ਨਾਲ ਜਿਹੜਾ ਕੰਟਰੋਲ ਹੁੰਦਾ ਉਸ ਅਦਾਰੇ ਦਾ, ਉਹ ਫਿਰ ਸਥਾਨਕ ਜਿਹੜਾ ਪੂੰਜੀਪਤੀ ਆ ਉਸ ਦੇ ਕੋਲ ਹੀ ਹੁੰਦਾ। ਲਿਬਰਲਾਈਜ਼ ਕਰਨ ਦਾ ਮਤਲਬ ਹੁੰਦਾ ਕਿ ਜਿਹੜੀਆਂ ਇਸ ਕਿਸਮ ਦੀਆਂ ਬੰਦਿਸ਼ਾਂ ਲੱਗੀਆਂ ਹੋਈਆਂ ਸੀ, ਜਿਹੜੀਆਂ ਸਖਤੀਆਂ ਕੀਤੀਆਂ ਹੋਈਆਂ ਸੀ ਟੈਕਸੇਸ਼ਨ ਦੇ ਕਰ ਪ੍ਰਣਾਲੀ ਦੇ ਵਿੱਚ, ਤੇ ਜਿਹੜੀ ਆਪਣੇ ਇੱਥੋਂ ਦੀ ਲੋਕ ਸਥਾਨਕ ਉਪਜ ਨੂੰ ਸੁਰੱਖਿਅਤਾ ਦੇਣ ਦੇ ਵਾਸਤੇ ਅੰਤਰਰਾਸ਼ਟਰੀ ਵਸਤਾਂ ਦੀ ਤੁਲਨਾ ਦੇ ਵਿੱਚ ਇਸ ਨੂੰ ਥੋੜਾ ਜਿਹਾ ਇਹ ਕਿ ਮੰਡੀ ਦੇ ਵਿੱਚ ਇਸ ਨੂੰ ਉਤਸ਼ਾਹਿਤ ਕਰਨ ਵਾਸਤੇ ਜਿਹੜੀਆਂ ਬੰਦਿਸ਼ਾਂ ਲੱਗੀਆਂ ਹੋਈਆਂ ਸੀ, ਉਹਨਾਂ ਬੰਦਿਸ਼ਾਂ ਨੂੰ ਢਿੱਲਾ ਕਰਨ ਦਾ ਨਾਮ ਹੈ ਲਿਬਰਲਾਈਜੇਸ਼ਨ, ਜਾਂ ਜਿਸ ਨੂੰ ਉਦਾਰਵਾਦ ਕਹਿੰਦੇ ਆ, ਕਿ ਅਸੀਂ ਉਹਨਾਂ ਦੇ ਪ੍ਰਤੀ ਉਦਾਰ ਹੋ ਗਏ, ਹੈਨਾ। ਆਪਣੇ ਲੋਕਾਂ ਦੇ ਪ੍ਰਤੀ, ਉਹਨਾਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਉਦਾਰ ਹੋਣ ਦੀ ਥਾਂ ਦੇ ਉੱਪਰ ਅਸੀਂ ਜਿਹੜੀਆਂ ਅੰਤਰਰਾਸ਼ਟਰੀ ਵਪਾਰਕ ਸੰਸਥਾਵਾਂ ਨੇ, ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਉਹਨਾਂ ਦੀਆਂ ਆਰਥਿਕ ਉਹਨਾਂ ਦੇ ਸੁਪਨੇ ਨੇ, ਉਹਨਾਂ ਵਾਸਤੇ ਅਸੀਂ ਉਦਾਰਵਾਦੀ ਹੋ ਗਏ ਕਿ ਕੋਈ ਗੱਲ ਨਹੀਂ, ਤੁਸੀਂ ਆਓ, ਵਪਾਰ ਕਰੋ, ਮੁਨਾਫਾ ਕਮਾਓ। ਠੀਕ ਹੈ, ਇਹ ਪ੍ਰਕਿਰਿਆ ਜਿਹੜੀ ਸ਼ੁਰੂ ਹੁੰਦੀ ਹੈ। ਤੁਸੀਂ ਹੁਣ ਵੀ ਦੇਖ ਸਕਦੇ ਹੋਵੋਗੇ ਕਿ ਹੁਣ ਜਦੋਂ ਮੈਂ ਕਿਹਾ ਲਿਬਰਲਾਈਜ਼ ਕਰਨਾ, ਤਾਂ ਮੰਡੀਆਂ ਦੇ ਵਿੱਚ ਚੀਜ਼ਾਂ ਨੂੰ ਵੇਚਣ ਵਾਸਤੇ, ਖਰੀਦਣ ਵਾਸਤੇ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ। ਤੇ ਹੁਣ ਦੀ ਪਾਲਿਸੀ ਦੇ ਵਿੱਚ ਕਿਹਾ ਗਿਆ ਕਿ ਜੇ ਕਿਸੇ ਬੰਦੇ ਨੇ ਕਿਸਾਨ ਦੀ ਉਪਜ ਖਰੀਦਣੀ ਆ, ਉਸ ਨੂੰ ਕਿਸੇ ਕਿਸਮ ਦੇ ਲਾਇਸੈਂਸ ਦੀ ਵੀ ਜ਼ਰੂਰਤ ਨਹੀਂ ਹੈਗੀ, ਉਹ ਸਿਰਫ ਆਪਣੇ ਪੈਨ ਕਾਰਡ ਦੇ ਨਾਲ ਹੀ ਉਹ ਚੀਜ਼ ਖਰੀਦ ਸਕਦਾ। ਪੈਨ ਕਾਰਡ ਦਾ ਮਤਲਬ ਹੈ ਕਿ ਉਹ ਟੈਕਸ ਦੇ ਸਿਸਟਮ ਦਾ ਹਿੱਸਾ ਹੈਗਾ, ਤੇ ਉਹ ਟੈਕਸ ਦੇਣ ਦੇ ਵਾਸਤੇ ਉਸਨੇ ਆਪਣਾ ਜਿਹੜਾ ਸਾਰਾ ਵਿਧਾਨ ਆ ਉਹ ਬਣਾਇਆ ਹੋਇਆ, ਤਾਂ ਰਾਜ ਨੂੰ, ਉਹ ਸਰਕਾਰ ਨੂੰ ਟੈਕਸ ਦਊਗਾ। ਤਾਂ ਇਸ ਕਿਸਮ ਦੀ ਚੀਜ਼ ਦੇਖ ਸਕਦੇ ਹਾਂ। ਇਹ ਆਪਾਂ ਇਹਦੀ ਜਿਹੜੀ ਸ਼ੁਰੂਆਤ ਹੈ, ਜਿੱਥੇ ਅਸੀਂ ਪਹੁੰਚੇ ਹਾਂ ਕਿਸਾਨੀ ਸੰਕਟ ਦੇ ਵਿੱਚ, ਇਸ ਦੀ ਸ਼ੁਰੂਆਤ ਕਾਲਿਕ ਤੌਰ ਤੇ
ਬਹੁਤ ਦੂਰ ਚਲੇ ਜਾਂਦੀ ਆ, ਉੱਥੋਂ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ। ਇਹ ਆਪਾਂ ਗੱਲ ਮੁੱਖ ਤੌਰ ਤੇ ਕੀਤੀ ਸੀ। ਸਥਾਨਗਤ ਤੌਰ ਤੇ ਆਪਾਂ ਗੱਲ ਕੀਤੀ ਸੀ ਕਿ ਇਹ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ, MSP ਦਾ ਖਤਮ ਹੋਣਾ, ਇਹ ਬਿਹਾਰ ਦੇ ਵਿੱਚ ਤੇ ਹੋਰ ਭਾਰਤ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਹੈ ਨਹੀਂ, ਤੇ ਨਾ ਹੀ ਇਹ ਸਾਰੀਆਂ ਫਸਲਾਂ ਦੇ ਉੱਪਰ MSP ਹੈ। ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਉਹ ਸਾਰੀਆਂ ਫਸਲਾਂ ਦੇ ਉੱਪਰ ਮੌਜੂਦ ਨਹੀਂ ਹੈ। ਤਾਂ ਇਹ ਨਾ ਭਾਰਤ ਦੇ ਵਿੱਚ ਸਾਰੀਆਂ ਥਾਵਾਂ ਤੇ ਮੌਜੂਦ ਹੈ, ਨਾ ਇਹ ਸਾਰੀਆਂ ਫਸਲਾਂ ਦੇ ਉੱਪਰ ਪੰਜਾਬ ਵਿੱਚ ਹੀ ਮੌਜੂਦ ਹੈ। ਇਸ ਲਈ ਇਸ ਦਾ ਇਹ ਜਿਹੜੀ ਨੀਤੀ ਹੈਗੀ ਆ, ਇਸ ਤਰ੍ਹਾਂ ਦੇ ਅੰਤਰਰਾਜੀ ਤੇ ਅੰਤਰਰਾਸ਼ਟਰੀ ਟ੍ਰੇਡ ਦੀ, ਇਹ ਯੂਰਪ ਦੇ ਵਿੱਚ, ਕੈਨੇਡਾ, ਅਮਰੀਕਾ ਦੇ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ ਆ। ਤੇ ਉੱਥੇ ਜਿਹੜੀ ਕਿਸਾਨੀ ਹੈਗੀ ਆ, ਜਾਂ ਤਾਂ ਉਹਦੀ ਬਹੁਤ ਮੰਦੀ ਹਾਲਤ ਹੈ, ਜਾਂ ਕਿਸਾਨੀ ਸਮੁੱਚੀ ਆਰਥਿਕਤਾ ਦਾ ਉੱਥੇ ਬਹੁਤ ਹੀ ਨਿਗੂਣਾ ਜਿਹਾ ਹਿੱਸਾ ਬਣਾ ਦਿੱਤੀ ਗਈ ਹੈ। ਜਿਸ ਤਰ੍ਹਾਂ ਨਾਲ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਭਾਵੇਂ ਇਹ ਨਹੀਂ ਕਿ ਪੰਜਾਬ ਸਿਰਫ ਖੇਤੀ ਕੇਂਦਰਿਤ ਹੀ ਹੈ, ਇਹ ਗੱਲ ਕਹਿਣੀ ਤਾਂ ਸ਼ਾਇਦ ਪੂਰੀ ਤਰ੍ਹਾਂ ਨਾਲ ਵਾਜਬ ਨਹੀਂ ਜਾਪਦੀ ਮੈਨੂੰ, ਕਿਉਂਕਿ ਪੰਜਾਬ ਦੀ ਜਿਹੜੀ GDP ਹੈ ਤੇ ਭਾਰਤ ਦੀ GDP ਹੈ, ਉਹਦਾ ਖੇਤੀ ਦਾ ਹਿੱਸਾ ਜਿਹੜਾ ਹੈਗਾ ਉਹ ਹੁਣ 12 ਤੋਂ 15-16% ਦੇ ਦਰਮਿਆਨ ਹੀ ਜਿਹੜਾ ਡੋਲਦਾ ਰਹਿੰਦਾ, ਇਹਦੇ ਦਰਮਿਆਨ ਹੀ ਰਹਿੰਦਾ, ਇਸ ਤੋਂ ਵੱਧ ਨਹੀਂ ਹੁੰਦਾ। ਇਹਦਾ ਮਤਲਬ ਸਾਡੀ ਜਿਹੜੀ ਬਹੁਤੀ ਆਰਥਿਕਤਾ ਹੈਗੀ ਆ ਉਹ ਖੇਤੀ ਦੇ ਉੱਪਰ ਨਿਰਭਰ ਨਹੀਂ ਕਰਦੀ। ਸੇਵਾ ਸੈਕਟਰ ਦੇ ਵਿੱਚ, ਵਪਾਰ ਦੇ ਵਿੱਚ ਤੇ ਉਦਯੋਗ ਦੇ ਵਿੱਚ, ਹੋਰ ਜਿਹੜੀਆਂ ਚੀਜ਼ਾਂ ਨੇ, ਜਿਹੜੀ ਜਿਵੇਂ ਅਸੀਂ ਸਰਵਿਸਿਜ਼ ਕਹਿੰਦੇ ਹਾਂ, ਸੇਵਾ ਸੈਕਟਰ, ਉਹਨਾਂ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ, ਉਹਨਾਂ ਦਾ ਕਾਫੀ ਵੱਡਾ ਹਿੱਸਾ ਆਰਥਿਕਤਾ ਦੇ ਵਿੱਚ ਬਣ ਚੁੱਕਿਆ ਹੈ। ਪਰ ਫਿਰ ਵੀ 15-16% ਵੀ ਬਹੁਤ ਛੋਟਾ ਹਿੱਸਾ ਨਹੀਂ ਹੁੰਦਾ। ਤਾਂ ਇਸ ਸੂਰਤ ਦੇ ਵਿੱਚ ਜਿਹੜਾ ਜੋ ਵੀ ਪੰਜਾਬ ਦੇ ਵਿੱਚ ਖੇਤੀ ਦੀ ਭੂਮਿਕਾ ਹੈ, ਉਸ ਪੱਖੋਂ ਵੀ ਇਹ ਛੋਟੀ ਨਹੀਂ ਹੈਗੀ। ਤਾਂ ਇਸ ਦੇ ਵਿੱਚ ਜਿਹੜਾ ਇਸ ਸਮੇਂ ਜਦੋਂ ਅੰਦੋਲਨ ਚੱਲ ਰਿਹਾ, ਤਾਂ ਇਹ ਆਪਣੇ ਆਪ ਹੀ ਦਿਖਾ ਰਿਹਾ ਕਿ ਸਾਡੇ ਖੇਤੀ ਦਾ ਮਤਲਬ ਮਹਿਜ ਖੇਤੀ ਉਤਪਾਦਨ ਨਹੀਂ ਹੈ, ਮਹਿਜ ਫਸਲ ਦਾ ਉਤਪਾਦਨ ਹੀ ਨਹੀਂ ਹੈ। ਇਹਦਾ ਇੱਕ ਬਹੁਤ ਹੀ ਵੱਡਾ ਢਾਂਚਾ ਹੈ। ਅਸੀਂ ਇਸ ਨੂੰ ਵੀ, ਇਸ ਉੱਪਰ ਵੀ ਗੱਲ ਹੋਣੀ ਸ਼ੁਰੂ ਹੋਈ ਹੈ ਕਿ ਅਸੀਂ ਜਦੋਂ ਅਸੀਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਖੇਤੀ ਦਾ ਮਤਲਬ ਮਹਿਜ ਫਸਲਾਂ ਦਾ ਉਤਪਾਦਨ ਨਹੀਂ ਹੁੰਦਾ, ਉਹਦਾ ਆਲਾ ਦੁਆਲਾ ਜਿਹੜਾ ਹੈਗਾ ਬਹੁਤ ਸਾਰਾ ਕੁਝ ਹੁੰਦਾ। ਫਸਲਾਂ ਦਾ ਉਤਪਾਦਨ ਵੀ ਹੁੰਦਾ, ਫਸਲਾਂ ਦਾ ਵਿਕਾਸ ਵੀ ਹੁੰਦਾ, ਫਸਲਾਂ ਦੀ ਜਿਹੜੀ ਹੈਗੀ ਆ ਵੰਨਸੁਵੰਨਤਾ ਤੋਂ ਲੈ ਕੇ ਫਸਲਾਂ ਦੀ ਟ੍ਰੇਡਿੰਗ ਵੀ ਹੁੰਦੀ ਹੈ। ਸਾਰਾ ਕੁਝ ਖੇਤੀ ਦੇ ਨਾਲ ਹੀ ਜੁੜਿਆ ਹੋਇਆ, ਜਿਸ ਕਰਕੇ ਬਹੁਤ ਸਾਰੀਆਂ ਹੋਰ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਉਹ ਖੇਤੀ ਨਾਲ ਸੰਬੰਧਿਤ, ਜਿਹੜੀਆਂ ਸਿੱਧੇ ਤੌਰ ਤੇ ਖੇਤੀ ਨਾਲ ਸੰਬੰਧਿਤ ਨਹੀਂ ਵੀ ਹੈਗੀਆਂ। ਤਾਂ ਇਹਦਾ ਜਿਹੜਾ ਸਥਾਨਗਤ ਪਾਸਾਰ ਹੈ, ਉਸ ਪੱਖੋਂ ਵੀ ਜਿਹੜਾ ਇਹ ਸੰਕਟ ਹੈਗਾ, ਇਹ ਮਹਿਜ਼ ਪੰਜਾਬ ਦਾ ਸੰਕਟ ਨਹੀਂ ਹੈ, ਇਹ ਭਾਰਤ ਦਾ ਸੰਕਟ ਵੀ ਹੈ। ਮੁੱਖ ਤੌਰ ਤੇ ਭਾਵੇਂ ਹੁਣ ਪੰਜਾਬ ਤੇ ਹਰਿਆਣੇ ਦੀ ਗੱਲ ਹੋ ਰਹੀ ਹੈ, ਪਰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਕਿਸਾਨੀ ਜਾਂ ਖੇਤੀ ਨਾਲ ਜੁੜੇ ਹੋਏ ਬੰਦਿਆਂ ਦੇ ਸਮੁੱਚੇ ਆਰਥਿਕ ਉਤਪਾਦਨ ਦੇ ਪੱਖੋਂ ਅਤੇ ਇਸੇ ਕਰਕੇ ਰਾਜਨੀਤਿਕ ਜਿਹੜੀ ਸ਼ਮੂਲੀਅਤ ਤੇ ਦਖਲਅੰਦਾਜ਼ੀ ਹੈ, ਉਸ ਦੇ ਪੱਖੋਂ ਇਹਨਾਂ ਦਾ ਪਿੱਛੇ ਨੂੰ ਧੱਕੇ ਜਾਣਾ ਵੀ ਹੈ। ਇਹਦਾ ਅਰਥ ਇਹ ਵੀ ਬਣਦਾ ਕਿ ਜਿਹੜੇ ਖੇਤੀ ਨਾਲ ਸੰਬੰਧਿਤ ਲੋਕ ਨੇ ਉਹ ਹੁਣ ਨਾ ਕੇਵਲ ਆਰਥਿਕ ਪ੍ਰਕਿਰਿਆਵਾਂ ਦੇ ਪੱਖੋਂ ਇਰਰੈਲੇਵੈਂਟ ਜਾਂ ਨਿਰਾਰਥਕ ਬਣਾ ਦਿੱਤੇ ਜਾਣਗੇ, ਸਗੋਂ ਨਾਲ ਹੀ ਉਹ ਰਾਜਨੀਤਿਕ ਤੌਰ ਤੇ ਵੀ ਨਿਰਾਰਥਕ ਬਣਾ ਦਿੱਤੇ ਜਾਣਗੇ, ਕਿਉਂਕਿ ਆਰਥਿਕ ਸੰਪੰਨਤਾ ਤੇ ਤੁਹਾਡੀ ਜਿੰਨੀ ਹਿੱਸੇਦਾਰੀ ਆਰਥਿਕਤਾ ਦੇ ਵਿੱਚ ਹੁੰਦੀ ਹੈ, ਉਸ ਦੇ ਮੁਤਾਬਕ ਹੀ ਦੁਨੀਆ ਦੇ ਵਿੱਚ ਵਪਾਰ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਉਨੀ ਹੀ ਜਿਹੜੀ ਤੁਹਾਨੂੰ ਹਿੱਸੇਦਾਰੀ ਮਿਲਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਤਾਂ ਇੱਕ ਮਸਲਾ ਇਹ ਵੀ ਬਣ ਜਾਂਦਾ ਕਿ ਤੁਸੀਂ ਆਰਥਿਕ ਤੌਰ ਤੇ ਵੀ, ਰਾਜਨੀਤਿਕ ਤੌਰ ਤੇ ਵੀ ਇਰਰੈਲੇਵੈਂਟ ਹੋ ਜਾਓਗੇ। ਕਿਸਾਨੀ ਖੇਤੀ ਆਰਥਿਕ ਤੌਰ ਤੇ ਇਰਰੈਲੇਵੈਂਟ ਹੋਣ ਤੋਂ ਬਾਅਦ ਫਿਰ ਰਾਜਨੀਤਿਕ ਤੌਰ ਤੇ ਨਿਰਾਰਥਕ ਜਾਂ ਇਰਰੈਲੇਵੈਂਟ ਹੋਣ ਦੇ ਵੱਲ ਨੂੰ ਜਾਊਗੀ। ਤੇ ਜਦੋਂ ਆਪਾਂ ਇਸ ਤਰ੍ਹਾਂ ਦੇਖਦੇ ਹਾਂ, ਤਾਂ ਇਸ ਤਰ੍ਹਾਂ ਨਾਲ ਦੇਖ ਕੇ ਫਿਰ ਸਾਡਾ ਜਿਹੜਾ ਕਲਚਰ ਦਾ ਏਰੀਆ ਹੈਗਾ, ਭਾਵੇਂ ਕਿ ਅਸੀਂ ਅੱਗੇ ਪੜਾਂਗੇ ਕਿ ਜਿਹੜਾ ਸੱਭਿਆਚਾਰ ਹੈ ਉਸ ਦਾ ਆਰਥਿਕ ਪ੍ਰਕਿਰਿਆਵਾਂ ਜਾਂ ਜਿਹਨੂੰ ਅਸੀਂ ਪੋਲੀਟੀਕਲ ਇਕੋਨਮੀ ਕਹਿੰਦੇ ਹਾਂ, ਉਹਦੇ ਨਾਲ ਗਹਿਰਾ ਸੰਬੰਧ ਹੁੰਦਾ। ਜਿਹੜਾ ਮਾਰਕਸਵਾਦ ਦਾ ਮੁੱਢਲਾ ਜਾਂ ਜਿਹਨੂੰ ਅਸੀਂ ਸਨਾਤਨੀ ਰੂਪ ਕਹਿੰਦੇ ਹਾਂ, ਉਸ ਦੇ ਵਿੱਚ ਤਾਂ ਕਿਹਾ ਜਾਂਦਾ ਕਿ ਜਿਹੜਾ ਸੱਭਿਆਚਾਰ ਉਹ ਪਰੋਸਾਰ ਦਾ ਹਿੱਸਾ ਹੈ, ਰਾਜਨੀਤੀ ਵੀ ਪਰੋਸਾਰ ਦਾ ਹਿੱਸਾ ਹੈ। ਜਿਹੜੇ ਆਰਥਿਕ ਉਤਪਾਦਨ ਹੈ ਨਾ, ਉਤਪਾਦਨ ਦੇ ਸੰਬੰਧ, ਉਤਪਾਦਨ ਦੀਆਂ ਸ਼ਕਤੀਆਂ, ਉਤਪਾਦਨ ਦੇ ਜਿਹੜੇ ਹੈਗੇ ਨੇ ਸੰਦ, ਇਹ ਸਾਰੀਆਂ ਚੀਜ਼ਾਂ ਮਿਲਾ ਕੇ ਇਹਨੂੰ ਅਸੀਂ ਆਰਥਿਕ ਆਧਾਰ ਕਹਿੰਦੇ ਹਾਂ। ਤਾਂ ਜਿਹੜਾ ਪਰੋਸਾਰ ਹੈ ਉਹਦੇ ਵਿੱਚ ਸੱਭਿਆਚਾਰ, ਰਾਜਨੀਤੀ, ਵਿੱਦਿਆ, ਕਾਨੂੰਨ, ਇਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਆ ਜਾਂਦੀਆਂ ਨੇ। ਤੇ ਪਰ ਜੇ ਅਸੀਂ ਉਸ ਤੋਂ ਬਾਅਦ ਸੋਚਦੇ ਹਾਂ ਤਾਂ ਉਸ ਦੇ ਵਿੱਚ ਸੱਭਿਆਚਾਰ ਨੂੰ ਇੱਕ ਮੁਕਾਬਲਤਨ ਖੁਦ ਮੁਖਤਿਆਰ ਵਰਤਾਰੇ ਦੇ ਤੌਰ ਤੇ ਕਬੂਲ ਕੀਤਾ ਜਾਣਾ ਸ਼ੁਰੂ ਹੁੰਦਾ ਜਦੋਂ ਗ੍ਰੈਮਸ਼ੀ ਦੀਆਂ ਧਾਰਨਾਵਾਂ ਆਉਂਦੀਆਂ ਨੇ। ਗ੍ਰੈਮਸ਼ੀ ਹੋਣੀ ਸੱਭਿਆਚਾਰ ਨੂੰ, ਜਾਂ ਉਸ ਤੋਂ ਥੋੜਾ ਜਿਹਾ ਪਹਿਲਾਂ ਲੁਕਾਚ ਹੋਣੀ ਸੱਭਿਆਚਾਰ ਦੇ ਵੱਲ ਧਿਆਨ ਦੇਣਾ ਸ਼ੁਰੂ ਕਰਦੇ ਨੇ। ਤਾਂ ਗ੍ਰੈਮਸ਼ੀ
ਸੱਭਿਆਚਾਰ ਨੂੰ ਇੱਕ ਸਾਪੇਖਕ ਤੌਰ ਤੇ ਸੁਤੰਤਰ ਵਰਤਾਰੇ ਦੇ ਤੌਰ ਤੇ ਵੀ ਲੈਣ ਦੇ ਵਾਸਤੇ ਸੁਝਾਅ ਦਿੰਦਾ ਕਿ ਸੱਭਿਆਚਾਰ ਵੀ ਆਪਣੇ ਆਪ 'ਚ ਬਹੁਤ ਸਾਰਾ ਕੁਝ ਕਰ ਸਕਦਾ। ਪਰ ਸਾਡਾ ਤਾਲੁਕ ਅੱਜ ਦੀ ਇਸ ਲੈਕਚਰ ਦੇ ਵਿੱਚ ਇਹ ਆ ਕਿ ਜਿਹੜੀਆਂ ਇਹ ਆਰਥਿਕ ਪ੍ਰਕਿਰਿਆਵਾਂ ਨੇ ਸੱਭਿਆਚਾਰ ਨੂੰ ਪ੍ਰਭਾਵਿਤ ਕਿਵੇਂ ਕਰਦੀਆਂ ਨੇ, ਸੱਭਿਆਚਾਰ ਕਿਵੇਂ ਸੁਤੰਤਰ ਹੁੰਦਾ, ਇਹ ਗੱਲਾਂ ਅਸੀਂ ਬਾਅਦ ਦੇ ਵਿੱਚ ਕਰ ਸਕਦੇ ਹੋਵਾਂਗੇ। ਪਰ ਹਾਲ ਦੀ ਘੜੀ ਅਸੀਂ ਸੱਭਿਆਚਾਰ ਜਿਹੜਾ ਹੈਗਾ ਉਹ ਆਰਥਿਕਤਾ ਦੇ ਨਾਲ ਜਿਹੜਾ ਜੋ ਹੁਣ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਨਾਲ ਜੋੜ ਕੇ ਦੇਖਾਂਗੇ ਕੰਕਰੀਟ ਰੂਪ ਦੇ ਵਿੱਚ ਕਿ ਸੱਭਿਆਚਾਰ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਹੈ ਉਹ ਇਹਨਾਂ ਰਾਜਸੀ ਆਰਥਿਕ ਪ੍ਰਕਿਰਿਆਵਾਂ ਦੇ ਨਾਲ ਜੁੜ ਕੇ ਕਿਵੇਂ ਪ੍ਰਭਾਵਿਤ ਹੋਊਗਾ, ਇਹ ਸਾਡੇ ਵਾਸਤੇ ਮੁੱਖ ਮੁੱਦਾ ਬਣ ਜਾਂਦਾ। ਇਹਦਾ ਮਤਲਬ ਅਸੀਂ ਹਾਲ ਦੀ ਘੜੀ ਜਿਹੜਾ ਸਨਾਤਨੀ ਮਾਰਕਸਵਾਦੀ ਪ੍ਰਵਚਨ ਹੈ ਉਸ ਦੇ ਮੁਤਾਬਕ ਹੀ ਇਸ ਗੱਲ ਨੂੰ ਸਮਝਣ ਦੀ ਇੱਕ ਹੱਦ ਤੱਕ ਕੋਸ਼ਿਸ਼ ਕਰਾਂਗੇ। ਤੇ ਜਿਹੜੀਆਂ ਗੱਲਾਂ ਹੋਣਗੀਆਂ ਜਿਹੜੀਆਂ ਸੱਭਿਆਚਾਰ ਦੇ ਵਿੱਚ ਸਾਡੀਆਂ ਆਪਣੀਆਂ ਕੁਝ ਤਾਕਤਾਂ ਨੇ, ਸਾਡੇ ਪੰਜਾਬੀ ਸੱਭਿਆਚਾਰ ਦੀਆਂ ਵੀ ਕੁਝ ਤਾਕਤਾਂ ਨੇ ਜਿਹੜੀਆਂ ਸ਼ਾਇਦ ਇਸ ਤਰ੍ਹਾਂ ਦੀ ਮੂਵਮੈਂਟ ਨੂੰ, ਇਸ ਤਰ੍ਹਾਂ ਦੇ ਅੰਦੋਲਨ ਨੂੰ ਕੋਈ ਦਿਸ਼ਾ ਦੇਣ ਦੇ ਵਿੱਚ ਰੋਲ ਅਦਾ ਕਰਨਗੀਆਂ, ਉਹ ਚੀਜ਼ਾਂ ਹੋਣਗੀਆਂ। ਫਿਰ ਗ੍ਰਾਮਸ਼ੀਅਨ ਸੋਚਣੀ ਦੇ ਮੁਤਾਬਕ ਆਪਾਂ ਉਹਦੀ ਗੱਲ ਵੀ ਕਰਾਂਗੇ ਕਿ ਕੀ ਪੰਜਾਬੀ ਸੱਭਿਆਚਾਰ ਮਹਿਜ ਇੱਕ ਇਹੋ ਜਿਹੀ ਚੀਜ਼ ਹੀ ਹੈ ਕਿ ਵਿਸ਼ਵ ਆਰਥਿਕਤਾ ਦੇ ਚੀਜ਼ਾਂ ਤਬਦੀਲ ਹੋਈਆਂ ਤੇ ਉਹਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਇਨ ਬਿਨ ਉਵੇਂ ਢਾਲਣਾ ਸ਼ੁਰੂ ਕਰਤਾ ਤੇ ਆਪਣੀਆਂ ਸੱਭਿਆਚਾਰਕ ਬਣਤਰਾਂ ਨੂੰ ਸਾਰਿਆਂ ਨੂੰ ਤਬਦੀਲ ਕਰ ਲਿਆ, ਜਾਂ ਸਾਡੀਆਂ ਸੱਭਿਆਚਾਰਕ ਬਣਤਰਾਂ ਦੇ ਵਿੱਚ ਵੀ ਕੋਈ ਤਾਕਤ ਹੈਗੀ ਆ ਕਿ ਉਹ ਇਹਨਾਂ ਆਰਥਿਕ ਪ੍ਰਕਿਰਿਆਵਾਂ ਦੇ ਵਿਰੋਧ ਵਿੱਚ ਪੈਦਾ ਹੋਏ ਅੰਦੋਲਨ ਨੂੰ ਕੋਈ ਦਿਸ਼ਾ ਦੇਣ ਦੀ ਸਮਰੱਥਾ ਸਾਡਾ ਸੱਭਿਆਚਾਰ ਰੱਖਦਾ। ਇਸ ਦੇ ਉੱਪਰ ਆਪਾਂ ਨੇ ਫੋਕਸ ਕਰਨਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਲੇਖ ਜਿਹੜਾ ਭੇਜਿਆ ਸੀਗਾ ਕਿ ਜਿਹੜਾ ਪੰਜਾਬ ਦਾ ਖੇਤੀ ਸੰਕਟ ਆ ਉਸਦਾ ਸਮਾਜਿਕ ਸੱਭਿਆਚਾਰਕ ਪਸਾਰ ਕੀ ਨੇ, ਉਹਦੇ ਵਿੱਚ ਮੈਂ ਜ਼ਿਕਰ ਕੀਤਾ ਹੋਇਆ ਕਿ ਕਿਸ ਤਰ੍ਹਾਂ ਨਾਲ ਸਾਡੇ ਸੱਭਿਆਚਾਰ ਨੂੰ ਜਦੋਂ ਲੈਂਡ ਏਲੀਏਨੇਸ਼ਨ ਐਕਟ ਸਥਾਪਿਤ ਹੁੰਦਾ ਤਾਂ ਜਾਂ ਹੋਂਦ ਦੇ ਵਿੱਚ ਆਉਂਦਾ ਤਾਂ ਉਸ ਤੋਂ ਬਾਅਦ ਕਿਵੇਂ ਜਿਹੜੀ ਜਾਤ ਪ੍ਰਸਤੀ ਹੈ ਉਸ ਦੇ ਵਿੱਚ ਵਾਧਾ ਹੁੰਦਾ, ਕਿਉਂਕਿ ਜਿਹੜੀ ਖੇਤੀ ਹੈ ਉਸ ਲਈ ਮਾਰਕ ਕਰ ਦਿੱਤਾ ਗਿਆ ਕਿ ਆਹ ਜਿਹੜੀਆਂ ਜਾਤਾਂ ਨੇ ਜਾਂ ਆਹ ਜਿਹੜੇ ਧਿਰਾਂ ਨੇ ਇਹੀ ਖੇਤੀ ਦੀ ਜ਼ਮੀਨ ਦੀਆਂ ਮਾਲਕ ਹੋ ਸਕਦੀਆਂ ਨੇ, ਹਨਾ। ਐਲੀਨੇਸ਼ਨ ਦਾ ਮਤਲਬ ਇਹ ਹੈ ਕਿ ਸ਼ਾਹੂਕਾਰ ਤੇ ਜਿਹੜੀਆਂ ਹੋਰ ਸਹਾਇਕ ਜਾਤਾਂ ਸੀਗੀਆਂ ਜਿਹਨੂੰ ਅਸੀਂ ਸਹਾਇਕ ਜਾਤਾਂ ਦੇ ਤੌਰ ਤੇ ਜਾਣਦੇ ਰਹੇ ਹਾਂ ਕਿ ਉਹ ਖੇਤੀ ਨਾਲ ਸੰਬੰਧਿਤ ਸੀਗੀਆਂ। ਤੇ ਜਿਹੜੀ ਸਾਡੀ ਪੂਰਬ ਬਸਤੀਵਾਦੀ ਯੁੱਗ ਦੀ ਖੇਤੀ ਹੈ ਉਹ ਕੋਈ ਵਿਅਕਤੀਗਤ ਮਲਕੀਅਤ ਵਾਲੀ ਖੇਤੀ ਨਹੀਂ ਸੀਗੀ। ਇੱਕ ਤਰ੍ਹਾਂ ਨਾਲ ਉਹ ਸਮੂਹਕ ਰੂਪ ਦੇ ਵਿੱਚ ਕਮਿਊਨਿਟੀ ਫਾਰਮਿੰਗ ਵਰਗੀ ਚੀਜ਼ ਹੀ ਬਣਦੀ ਸੀ ਕਿ ਤਾਂ ਹੀ ਉੱਥੇ ਸ਼ਬਦ ਵੀ ਸੀਰੀ ਤੇ ਸਾਂਝੀ ਨੇ। ਸੀਰ ਹੋਣਾ ਕਿਸੇ ਦੇ ਵਿੱਚ ਇਹਦਾ ਮਤਲਬ ਤੁਹਾਡੀ ਹਿੱਸੇਦਾਰੀ ਹੋਣਾ, ਹਨਾ, ਤੁਹਾਡੀ ਸਾਂਝੇਦਾਰੀ ਹੋਣਾ। ਤਾਂ ਸਾਡੇ ਜਿਹੜੇ ਆਪਸ ਦੇ ਵਿੱਚ ਸੰਬੰਧ ਨੇ ਉਹਦੇ ਚ ਜਿਹੜਾ ਕਿਸਾਨ ਹੈ ਉਸ ਦੇ ਨਾਲ, ਕਿਸਾਨ ਹੈਗਾ ਜਿਹੜਾ ਮੂਲ ਇੱਕ ਤਰ੍ਹਾਂ ਨਾਲ ਖੇਤੀ ਦਾ ਕਾਰੀਗਰ ਹੈ, ਜਿਸ ਨੂੰ ਖੇਤੀ ਦੀ ਜਿਹੜੀ ਹੈਗੀ ਜਿਹਦੇ ਕੋਲ ਸੰਦ ਨੇ, ਜਿਸ ਦੇ ਕੋਲ ਉਸ ਦੀ ਮੂਲ ਤਕਨੀਕ ਜਿਹੜੀ ਦੀ ਸਮਝ ਹੈ ਉਹ ਕਿਸਾਨ ਹੈ। ਪਰ ਉਸ ਦੇ ਨਾਲ ਹੀ ਬਾਕੀ ਦੇ ਜਿਹੜੇ ਉਸ ਦੇ ਨਾਲ ਕੰਮ ਕਰ ਰਹੇ ਨੇ ਉਹ ਜਿਹੜੇ ਖੇਤੀ 'ਚ ਕੰਮ ਕਰਦੇ ਨੇ ਉਹ ਉਹਦੇ ਸੀਰੀ ਨੇ, ਜਿਹੜੇ ਸੀਰ ਦੇ ਵਿੱਚ ਭਾਵ ਹਿੱਸੇਦਾਰੀ ਦੇ ਵਿੱਚ ਉਸ ਦੇ ਨਾਲ ਖੇਤੀ ਦੇ ਵਿੱਚ ਕੰਮ ਕਰਦੇ ਨੇ। ਉਹ ਵੀ ਤਕਨੀਕੀ ਤੌਰ ਤੇ ਮੁਹਾਰਤ ਰੱਖਣ ਵਾਲੇ ਹੀ ਕਾਮੇ ਹੁੰਦੇ ਨੇ ਤੇ ਉਹ ਉਸ ਦੇ ਨਾਲ ਜਿਹੜਾ ਖੇਤੀ ਨਾਲ ਸੰਬੰਧਿਤ ਆਲਾ ਦੁਆਲਾ ਸਾਰਾ ਹੈਗਾ ਉਹਦੇ ਘਰ ਤੋਂ ਲੈ ਕੇ ਉਸਦੇ ਖੇਤ ਤੱਕ ਦੇ ਸਾਰੇ ਕੰਮਾਂ ਦੇ ਵਿੱਚ ਜਿਹੜੇ ਕੰਮ ਕਰਦੇ ਨੇ, ਹਨਾ। ਤਾਂ ਐਵੇਂ ਸੀਰੀਜ਼ ਫਿਰ ਪਾਲੀਆਂ ਦੀ ਅੱਗੇ ਵਾਰੀ ਆ ਜਾਂਦੀ ਹੈ। ਤਾਂ ਜਿਹੜਾ ਇਹ ਸਾਰਾ ਸਿਸਟਮ ਹੈਗਾ ਇਹਦੇ ਵਿੱਚ ਸਮੂਹਕ ਤੌਰ ਤੇ ਉਤਪਾਦਨ ਹੋ ਰਿਹਾ। ਕੋਈ ਬੰਦਾ ਖੇਤੀ ਦਾ ਉਤਪਾਦਨ ਕਰ ਰਿਹਾ, ਕੋਈ ਬੰਦਾ ਹੋਰ ਕਿਸੇ ਸੰਦ ਸਾਧਨ ਦਾ ਉਤਪਾਦਨ ਕਰ ਰਿਹਾ, ਕੋਈ ਕੱਪੜੇ, ਕੋਈ ਜੁੱਤੀ ਪੋਲੇ ਦਾ, ਹਨਾ, ਇਹਨਾਂ ਚੀਜ਼ਾਂ ਦਾ ਉਤਪਾਦਨ ਕਰ ਰਿਹਾ। ਤਾਂ ਇਹ ਉਤਪਾਦਨ ਸਾਰੇ ਆਪਸ ਦੇ ਵਿੱਚ ਵਟਾਂਦਰੇ ਦੇ ਸਿਸਟਮ ਦੇ ਵਿੱਚ ਇੱਕ ਦੂਜੇ ਦੇ ਨਾਲ ਇਹਨਾਂ ਦਾ ਆਦਾਨ ਪ੍ਰਦਾਨ ਹੁੰਦਾ ਤੇ ਸਾਰੇ ਹੀ ਸਾਰੀਆਂ ਚੀਜ਼ਾਂ ਦੇ ਇੱਕ ਤਰ੍ਹਾਂ ਨਾਲ ਮਾਲਕ ਨੇ, ਕੋਈ ਤੋਂ ਬਾਹਰ ਨਹੀਂ ਹੈਗਾ। ਤੇ ਜਾਂ ਕਿ ਕੋਈ ਵੀ ਅਸਲ ਦੇ ਵਿੱਚ ਜ਼ਮੀਨ ਦਾ ਮਾਲਕ ਨਹੀਂ ਹੈਗਾ, ਇੱਕ ਪੇਂਡੂ ਇਕਾਈ ਹੈ ਜਿਹੜੀ ਕਿ ਜ਼ਮੀਨ ਦੀ ਮਾਲਕ ਹੈ, ਉਹਦੇ ਵਿੱਚ ਸਾਰਿਆਂ ਦੀ ਬਰਾਬਰ ਦੀ ਹਿੱਸੇਦਾਰੀ। ਜਦੋਂ ਲੈਂਡ ਏਲੀਏਨੇਸ਼ਨ ਐਕਟ ਆਇਆ ਤਾਂ ਉਸਨੇ ਸਾਡੇ ਕਲਚਰ ਦੇ ਵਿੱਚ ਜਾਤ ਪ੍ਰਸਤੀ ਦੀ ਪਹਿਲੇ ਜਿਹੜੇ ਆਧੁਨਿਕ ਬੀਜ ਨੇ, ਹਨਾ। ਜਾਤ ਪ੍ਰਸਤੀ ਤਾਂ ਸਾਡੇ ਕੋਲ ਪਹਿਲਾਂ ਹੀ ਹੈਗੀ ਹੈ, ਵਰਨ ਵਿਵਸਥਾ ਵੀ ਹੈਗੀ ਹੈ, ਜਾਤ ਪ੍ਰਸਤੀ ਵੀ ਸਾਡੇ ਕੋਲ ਪਹਿਲਾਂ ਤੋਂ ਹੈਗੀ ਹੈ। ਪਰ ਆਧੁਨਿਕ ਸਮੇਂ ਦੇ ਵਿੱਚ ਜਿਹੜੇ ਜਾਤ ਪ੍ਰਸਤੀ ਦੇ ਬੀਜ ਨੇ ਉਹਨਾਂ ਬੀਜਾਂ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਲੈਂਡ ਏਲੀਏਨੇਸ਼ਨ ਐਕਟ ਦਾ ਕਾਫੀ ਵੱਡਾ ਰੋਲ ਹੈ। ਕਿਉਂਕਿ ਤੁਸੀਂ ਕਿਹਾ ਤਾਂ ਵੈਸੇ ਇਹ ਗਿਆ ਸੀਗਾ ਕਿ ਜਿਹੜਾ ਸ਼ਾਹੂਕਾਰ ਨੇ ਉਹ ਜ਼ਮੀਨਾਂ ਦੇ ਮਾਲਕ ਬਣ ਜਾਂਦੇ ਸੀਗੇ
ਕਿਉਂਕਿ ਕਿਸਾਨ ਲਗਾਤਾਰ ਡਿਸਟ੍ਰੈਸ ਦੇ ਵਿੱਚ ਇਸ ਲਈ ਜਾ ਰਿਹਾ ਸੀ ਕਿ ਉਹ ਕਰਜ਼ਾ ਲੈਂਦਾ ਸੀ ਆਪਣੇ ਉਤਪਾਦਨ ਨੂੰ। ਤਾਂ ਇਹਦਾ ਮਤਲਬ ਉਹਦੀ ਕਿਰਤ ਦਾ ਮੁੱਲ ਮੁੱਢਲੇ ਦਿਨਾਂ ਤੋਂ ਹੀ ਘੱਟ ਅੰਕਿਆ ਜਾਂਦਾ ਰਿਹਾ। ਉਹਨੂੰ ਟੈਕਸ ਬਹੁਤ ਪੈਂਦੇ ਸੀ, ਜੋ ਵੀ ਫਸਲ ਉਹ ਪੈਦਾ ਕਰਦਾ ਸੀਗਾ ਉਹਦੇ ਟੈਕਸ ਜ਼ਿਆਦਾ ਪੈਂਦੇ ਸੀਗੇ। ਮੱਧਕਾਲ ਦੇ ਵਿੱਚ ਵੀ ਟੈਕਸ ਜਿਹੜੇ ਹੈਗੇ ਨੇ 50% ਤੱਕ ਟੈਕਸ ਰਹੇ ਨੇ। ਤਾਂ ਉਸਦੀ ਜਿਹੜੀ ਫਸਲ ਦਾ ਅੱਧਾ ਹਿੱਸਾ ਜਿਹੜਾ ਹੈਗਾ ਉਹ ਟੈਕਸ ਦੇ ਵਿੱਚ ਹੀ ਚਲੇ ਜਾਂਦਾ ਸੀ। ਤਾਂ ਇਸ ਸਮੇਂ ਆ ਕੇ ਜਿਹੜੇ ਹੈਗੇ ਨੇ ਉਹਦੇ 'ਚ ਇਹ ਕੀਤਾ ਗਿਆ ਕਿ ਕਿਉਂਕਿ ਕਿਸਾਨ ਲਗਾਤਾਰ ਕਰਜ਼ਾ ਚੁੱਕ ਰਿਹਾ ਤੇ ਉਹ ਜ਼ਮੀਨ ਅਖੀਰ ਨੂੰ ਸ਼ਾਹੂਕਾਰੇ ਕੋਲ ਚਲੀ ਜਾਂਦੀ ਹੈ, ਜਿਹੜਾ ਕਿ ਅੰਗਰੇਜ਼ ਸਰਕਾਰ ਨੂੰ ਉਸ ਸਮੇਂ ਲੱਗਿਆ ਕਿ ਇਸ ਦੇ ਨਾਲ ਉਤਪਾਦਕਤਾ ਦੇ ਵਿੱਚ ਕਮੀ ਆਉਂਦੀ ਹੈ, ਕਿਉਂਕਿ ਜਿਹੜੇ ਕਿਸਾਨ ਨੇ ਉਹ ਇਸ ਤਰ੍ਹਾਂ ਨਾਲ ਕੰਮ ਚੋਂ ਬਾਹਰ ਹੋ ਜਾਂਦੇ ਨੇ। ਜਿਵੇਂ ਹੁਣ ਵੀ ਕਿਸਾਨ ਕੰਮ ਤੋਂ ਬਹੁਤ ਵੱਡੇ ਪੱਧਰ ਦੇ ਉੱਪਰ ਬਾਹਰ ਹੋਣ ਦਾ ਖਤਰਾ ਹੈ। ਤਾਂ ਉਦੋਂ ਫਿਰ ਅੰਦਰ ਰੱਖਣ ਵਾਸਤੇ ਤੇ ਸ਼ਾਹੂਕਾਰੇ ਨੂੰ ਬਾਹਰ ਕੱਢਣ ਵਾਸਤੇ ਲੈਂਡ ਐਲੀਨੇਸ਼ਨ ਐਕਟ ਲਿਆਉਣ ਦਾ ਦਾਅਵਾ ਕੀਤਾ ਗਿਆ। ਪਰ ਇਹਦੇ ਨਾਲ ਬਾਹਰ ਜਿਹੜੇ ਕੱਢੇ ਗਏ ਉਹ ਸਿਰਫ ਸ਼ਾਹੂਕਾਰਾ ਨਹੀਂ ਕੱਢਿਆ ਗਿਆ, ਉਹਦੇ ਨਾਲ ਜਿਹੜੀਆਂ ਦੂਜੀਆਂ ਜਾਤਾਂ ਦੀ ਦਾਅਵੇਦਾਰੀ ਸੀਗੀ ਉਸ ਸਮੂਹਕ ਖੇਤੀ ਦੇ ਵਿੱਚ ਜ਼ਮੀਨ ਦੇ ਉੱਪਰ, ਉਹ ਵੀ ਖਤਮ ਹੋ ਗਈ। ਤਾਂ ਇੱਕ ਜਾਤ ਪ੍ਰਸਤੀ ਦਾ ਇੱਕ ਨਵਾਂ ਜਿਹੜਾ ਕੋਣ ਹੈ ਉਹ ਸਾਹਮਣੇ ਆਇਆ, ਜਿਹਦੇ ਵਿੱਚ ਜਿਹੜਾ ਕਿਸਾਨ ਹੈ ਜ਼ਮੀਨ ਮਾਲਕ ਬਣਨ ਤੋਂ ਬਾਅਦ ਉਸ ਦੀ ਜਿਹੜੀ ਸਮਾਜਿਕ ਸਥਿਤੀ ਹੈ ਉਸ ਦੇ ਵਿੱਚ ਵੀ ਉਥਾਨ ਹੋਇਆ ਤੇ ਜਾਤੀ ਤੌਰ ਤੇ ਉਹ ਇੱਕ ਉੱਪਰਲੀ ਜਾਤ ਦੇ ਵਿੱਚ ਆਪਣੀ ਆਰਥਿਕ ਸੰਪੰਨਤਾ ਦੇ ਜ਼ਮੀਨ ਦੀ ਮਾਲਕੀ ਕਰਕੇ ਗਿਣਿਆ ਜਾਣਾ ਸ਼ੁਰੂ ਹੋ ਗਿਆ। ਤੇ ਜਿਹੜੇ ਉਸ ਤੋਂ ਟੁੱਟ ਗਏ, ਜੇ ਵਰਣ ਵਿਵਸਥਾ ਦੇ ਮੁਤਾਬਕ ਸੋਚੀਏ ਤਾਂ ਕਿਸਾਨ ਤੇ ਸੀਰੀਆਂ ਦੇ ਵਰਣਾਂ ਦੇ ਵਿੱਚ ਬਹੁਤ ਲੰਬਾ ਚੌੜਾ ਫਰਕ ਨਹੀਂ ਹੈਗਾ, ਪਰ ਉਸ ਤੋਂ ਟੁੱਟ ਕੇ ਜਿਹੜੇ ਲੋਕ ਜ਼ਮੀਨ ਤੋਂ ਬੇਦਖਲ ਕਰ ਦਿੱਤੇ ਗਏ, ਉਹ ਫਿਰ ਇੱਕ ਤਰ੍ਹਾਂ ਨਾਲ ਸਾਡੇ ਢਾਂਚੇ ਦੇ ਵਿੱਚ ਉਹ ਚੌਥੇ ਪੌੜੇ ਦੇ ਗਿਣੇ ਜਾਣ ਲੱਗ ਪਏ। ਤਾਂ ਕਿਸਾਨ ਦੇ ਨਾਲ ਉਹਨਾਂ ਦਾ ਜਿਹੜਾ ਜਾਤੀ ਗੈਪ ਹੈ ਉਹ ਵਧਣਾ ਸ਼ੁਰੂ ਹੋ ਗਿਆ, ਕਿਉਂਕਿ ਆਰਥਿਕ ਤੌਰ ਤੇ ਉਹ ਉਹਨਾਂ ਦੇ ਕੋਲੋਂ ਮਾਲਕੀ ਦਾ ਜਿਹੜਾ ਅਧਿਕਾਰ ਸੀ ਉਹ ਕਿਸਾਨ ਨੂੰ ਮਿਲਿਆ, ਉਹ ਉਹਨਾਂ ਨੂੰ ਨਹੀਂ ਮਿਲਿਆ। ਤਾਂ ਇਸ ਤੋਂ ਬਾਅਦ ਫਿਰ ਜਿਹੜੀ ਸਥਿਤੀ ਖੜੀ ਹੁੰਦੀ ਹੈ ਉਹ ਹੁੰਦੀ ਹੈ ਜਦੋਂ ਫਿਰ ਗ੍ਰੀਨ ਰੈਵੋਲੂਸ਼ਨ ਆਉਂਦਾ। ਗ੍ਰੀਨ ਰੈਵੋਲੂਸ਼ਨ ਸਮੇਂ ਜਿਹੜਾ ਉਹ ਸੀਰੀਅਸ ਹੀ ਚੱਲਿਆ ਆਉਂਦਾ ਹਨਾ, ਭਾਵੇਂ ਉਹ ਸੈਕੰਡਰੀ ਬਣ ਗਿਆ ਸੀ, ਪਰ ਫਿਰ ਵੀ ਉਸ ਦਾ ਇੱਕ ਸਥਾਈ ਦਾਅਵਾ ਉਸ ਕੰਮ ਦੇ ਉੱਪਰ ਸੀਗਾ ਕਿ ਉਹ ਸਾਲਾਂ ਬੱਧੀ ਪੀੜ੍ਹੀਓ ਪੀੜ੍ਹੀ ਪਰਿਵਾਰਾਂ ਦੇ ਨਾਲ ਜਿਹੜੇ ਹੈਗੇ ਨੇ ਕਿਰਤੀ ਕੰਮੇ ਜੁੜੇ ਹੋਏ ਹੁੰਦੇ ਸੀ ਤੇ ਉਹਨਾਂ ਦੀ ਜਿਹੜੀ ਆਪਸੀ ਸਾਂਝਦਾਰੀ ਆ ਉਹ ਬਹੁਤ ਹੀ ਗੂੜੀ ਹੁੰਦੀ ਸੀ ਤੇ ਇੱਕ ਦੂਜੇ ਨਾਲ ਨਿਰਭਰਤਾ ਹੁੰਦੀ ਸੀ, ਇੱਕ ਦੂਜੇ ਨਾਲ ਮੁਹੱਬਤ ਹੁੰਦੀ ਸੀ, ਇੱਕ ਦੂਜੇ ਨਾਲ ਲਗਾਓ ਹੁੰਦਾ ਸੀ, ਔਖ ਸੌਖ ਦੇ ਵਿੱਚ ਇੱਕ ਦੂਜੇ ਨਾਲ ਖੜਨ ਦੀ ਬਿਰਤੀ ਹੁੰਦੀ ਸੀ। ਜੇ ਕਿਤੇ ਫਸਲ ਮਰ ਜਾਂਦੀ ਸੀ ਤਾਂ ਜਿਹੜਾ ਕਿਰਤੀ ਕੰਮ ਹੈਗਾ ਉਹ ਇੱਕ ਤਰ੍ਹਾਂ ਨਾਲ ਉਹਨੂੰ ਸਹਿਯੋਗ ਕਰਦਾ ਸੀਗਾ ਤੇ ਬਹੁਤੀਆਂ ਵੱਡੀਆਂ ਮੰਗਾਂ ਨਹੀਂ ਸੀ ਰੱਖਦਾ, ਬਹੁਤੇ ਖਰਚੇ ਨਹੀਂ ਸੀ ਖੜੇ ਕਰਦਾ ਆਪਣੇ ਜੀਵਨ ਦੇ ਵਿੱਚ। ਤੇ ਜੇ ਕੋਈ ਵਿਆਹ ਮੰਗਣਾ ਹੁੰਦਾ ਸੀ ਉਹਨੂੰ ਵੀ ਉਹ ਟਾਲ ਦਿੰਦਾ ਸੀ, ਉਹ ਇੱਕ ਤਰ੍ਹਾਂ ਨਾਲ ਸਾਥ ਦਿੰਦਾ ਸੀਗਾ ਆਪਣੇ ਕਿਸਾਨ ਮਾਲਕ ਦਾ, ਕਹਿ ਲਓ। ਤੇ ਉਸੇ ਤਰ੍ਹਾਂ ਨਾਲ ਜਿਹੜਾ ਕਿਸਾਨ ਮਾਲਕ ਹੈ ਉਹ ਅੜੇ ਥੋੜੇ ਉੱਪਰ ਜਿਹੜਾ ਆਪਣਾ ਕਿਰਤੀ ਕੰਮ ਹੈਗਾ ਉਹਦੇ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਉਹਨੂੰ ਨਿਭਾਉਣ ਦੇ ਵਿੱਚ ਉਸਦੀ ਭੂਮਿਕਾ ਅਦਾ ਕਰਦਾ ਸੀ, ਜਿਹਨੂੰ ਜਗੀਰੂ ਰੈਲ ਕਹਿੰਦੇ ਨੇ ਕਿ ਇੱਕ ਜਗੀਰੂ ਕਿਸਮ ਦੀ ਜਿਹੜੀ ਆਪਸ ਦੇ ਵਿੱਚ ਸਹਿਯੋਗ ਦੀ, ਸਹਿਚਾਰ ਦੀ, ਭਾਈਚਾਰੇ ਦੀ ਜਿਹੜੀ ਸਥਿਤੀ ਸੀ ਉਹ ਬਣੀ ਹੋਈ ਸੀ। ਤਾਂ ਜਦੋਂ ਗ੍ਰੀਨ ਰੈਵੋਲੂਸ਼ਨ ਹੁੰਦਾ ਜੋ ਇਹ ਭਾਈਚਾਰੇ ਦੀ ਸਥਿਤੀ ਆ ਇਹ ਧੜਕਣ ਲੱਗਣੀ ਸ਼ੁਰੂ ਹੁੰਦੀ ਹੈ। ਤਾਂ ਇਹ ਥੋੜੀ ਜਿਹੀ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਹੀ ਜਦੋਂ ਆਪਾਂ ਕਹੀਏ ਕਿ ਖੇਤੀ ਦਾ ਵਪਾਰੀਕਰਨ ਹੋਣਾ ਸ਼ੁਰੂ ਹੁੰਦਾ ਖੇਤੀ ਜਿਣਸਾਂ ਦਾ, ਉਸ ਸਮੇਂ ਤੋਂ ਅਸੀਂ ਇਹ ਅਨੁਮਾਨ ਲਾ ਸਕਦੇ ਹਾਂ ਕਿ ਜਿਹੜਾ ਸੀਰੀ ਹੈਗਾ ਉਹ ਇਰਰੈਲੇਵੈਂਟ ਹੋਣਾ ਸ਼ੁਰੂ ਹੋ ਜਾਂਦਾ। ਪਰ ਗ੍ਰੀਨ ਰੈਵੋਲੂਸ਼ਨ ਸੀਰੀ ਨੂੰ ਦਿਹਾੜੀਦਾਰ ਦੇ ਵਿੱਚ ਬਦਲ ਦਿੰਦਾ, ਕਿਉਂਕਿ ਸੀਰੀ ਨੂੰ ਕੰਟੇਨ ਕਰਨਾ, ਉਸ ਨੂੰ ਲਗਾਤਾਰ ਸਾਲਾਨਾ ਠੇਕੇ ਉੱਪਰ ਰੱਖਣਾ, ਉਹਦੀ ਬਜਾਏ ਉਸ ਕਿਸਾਨ ਨੂੰ ਜਿਹੜਾ ਦਿਹਾੜੀਦਾਰ ਹੈ ਉਹ ਇਸ ਲਈ ਸੂਟ ਕਰਦਾ ਕਿਉਂਕਿ ਉਸ ਦੇ ਨਾਲ ਉਸ ਦੀ ਜਿਹੜੀ ਉਪਜ ਦੀ ਕਾਸਟ ਹੈ ਉਹ ਘਟਦੀ ਹੈ। ਤੇ ਇੱਥੋਂ ਤੱਕ ਕਿ ਜਿਹੜਾ ਪਹਿਲਾਂ ਖਾਣ ਪੀਣ ਦਾ ਸਾਂਝ ਹੁੰਦੀ ਸੀ ਵੀ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਸੀ ਉੱਥੇ ਉਸਨੇ ਰੋਟੀ ਖਾਣੀ ਹੈ ਹਨਾ, ਉੱਥੇ ਹੀ ਸਾਰਾ ਉਹਦਾ ਕੱਪੜੇ ਲੀੜੇ ਦਾ ਕੰਮ ਵੀ ਉੱਥੋਂ ਹੀ ਚੱਲਦਾ ਸੀ। ਤਾਂ ਇਹ ਜਿਹੜੀ ਰੋਟੀ ਹੈ ਇਹ ਵੀ ਹੁਣ ਮਤਲਬ ਗਿਣਤੀ ਦੇ ਵਿੱਚ ਆਉਣ ਲੱਗ ਪਈ, ਜਾਂ ਇਹ ਗਿਣਤੀ ਜਿਹੜੀ ਰੋਟੀ ਜਿਹੜੀ ਹੈਗੀ ਉਹ ਮੰਨਫੀ ਹੋਣੀ ਸ਼ੁਰੂ ਹੋ ਗਈ। ਇਹ ਨਹੀਂ ਕਿ ਸਾਰਾ ਕੁਝ ਇੱਕਦਮ ਹੋ ਗਿਆ, ਪਰ ਇਹ ਮੰਨਫੀ ਹੋਣ ਦੀ ਪ੍ਰਕਿਰਿਆ ਉਦੋਂ ਸ਼ੁਰੂ ਹੋ ਗਈ। ਤੇ ਜਿਹੜਾ ਸੀਰ ਦਾ ਸੰਬੰਧ ਸੀਗਾ, ਜਿਹੜਾ ਸਥਾਈ ਸੰਬੰਧ ਸੀਗਾ ਕਿਰਤੀ ਕਾਮੇ ਦਾ ਤੇ ਕਿਸਾਨ ਦਾ, ਉਹ ਟੁੱਟਣਾ ਸ਼ੁਰੂ ਹੋਇਆ। ਤੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਇੱਕ ਤਰ੍ਹਾਂ ਨਾਲ ਮਤਲਬ ਗ੍ਰੀਨ ਰੈਵੋਲੂਸ਼ਨ ਦੇ ਮੁਨਾਫਿਆਂ ਦੇ ਖਿੱਚ ਦੇ ਵਿੱਚ, ਮੁਨਾਫਿਆਂ ਦੇ ਆਕਰਸ਼ਣ ਦੇ ਵਿੱਚ ਅਸੀਂ ਆਪਣੇ ਨੇੜੇ ਰਹਿੰਦੇ ਹੋਏ ਕਿਰਤੀ ਕਾਮੇ ਵਿਅਕਤੀ ਦਾ ਇੱਕ ਤਰ੍ਹਾਂ ਨਾਲ ਉਹਦਾ ਹੱਥ ਛੱਡ ਦਿੱਤਾ ਅਤੇ ਉਸ ਨੂੰ ਆਪਣੀ ਹੋਣੀ ਦੇ ਉੱਪਰ ਮੁਨੱਸਰ ਹੋਣ ਦਿੱਤਾ ਕਿ ਤੂੰ ਆਪਣੀ ਜ਼ਿੰਦਗੀ ਦਾ ਹੁਣ ਆਪ ਫੈਸਲਾ ਕਰ। ਤੇ ਉਹ ਇਸ ਸੂਰਤ ਦੇ ਵਿੱਚ ਜਿਹੜਾ ਕਿਸਾਨ ਤੇ ਜਿਹੜਾ ਪਿੰਡ ਦੇ ਜਿਹੜਾ ਡਿਟੈਚਮੈਂਟ ਹੈਗੀ ਆ ਉਹ ਹੋਰ ਤਿੱਖੀ ਹੋਣੀ ਸ਼ੁਰੂ ਹੋ ਗਈ। ਭਾਵੇਂ ਲੋਕ ਰਹਿੰਦੇ ਤਾਂ ਅਲੱਗ-ਅਲੱਗ ਸੀਗੇ, ਲਹਿੰਦੇ ਤੇ ਚੜ੍ਹਦੇ ਵਾਲੇ ਪਾਸੇ,
ਪਰ ਇਸ ਦੇ ਹੋਣ ਦੇ ਨਾਲ ਜਿਹੜਾ ਲਹਿੰਦੇ ਵਾਲਾ ਪਾਸਾ ਹੈਗਾ ਉਹ ਨਾ ਕੇਵਲ ਭੌਤਿਕ ਤੌਰ ਤੇ ਦੂਰ ਹੋਇਆ, ਬਲਕਿ ਮਾਨਸਿਕ ਤੌਰ ਤੇ, ਭਾਵੁਕ ਤੌਰ ਤੇ ਭਾਈਚਾਰਕ ਤੌਰ ਤੇ ਵੀ ਉਹਨਾਂ ਦੋਹਾਂ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਨਿਖੇੜਾ ਹੋਣਾ ਸ਼ੁਰੂ ਹੋ ਗਿਆ ਤੇ ਧਿਰਾਂ ਇਕੱਲੀਆਂ ਪੈਣੀਆਂ ਸ਼ੁਰੂ ਹੋ ਗਈਆਂ। ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਜਿਹੜੇ ਸਥਾਨਕ ਕਿਰਤੀ ਕਾਮੇ ਸੀ ਉਹਨਾਂ ਨੇ ਵੀ ਆਪਣੇ ਰਸਤੇ ਲੱਭੇ, ਕਿਸਾਨਾਂ ਨੇ ਵੀ ਖੈਰ ਆਪਣੇ ਰਸਤੇ ਕੁਝ ਲੱਭੇ, ਕਿਉਂਕਿ ਜਦੋਂ ਮਸ਼ੀਨ ਆਈ ਤਾਂ ਬਹੁਤ ਸਾਰੇ ਹੱਥ ਵਿਹਲੇ ਹੋਏ। ਕਿਸਾਨੀ ਨੇ ਫਿਰ ਪੜ੍ਹਨ ਲਿਖਣ ਵੱਲ ਉਧਰ ਤਵੱਜੋ ਦੇਣੀ ਸ਼ੁਰੂ ਕੀਤੀ, ਇੰਪਲੋਇਮੈਂਟ ਵੱਲ, ਸਰਵਿਸ ਸੈਕਟਰ ਵੱਲ ਰਜੂ ਕਰਨਾ ਸ਼ੁਰੂ ਕੀਤਾ, ਵਪਾਰ ਵੱਲ ਵੀ ਰਜੂ ਕਰਨਾ ਸ਼ੁਰੂ ਕੀਤਾ। ਜਿਹੜੇ ਸਾਡੇ ਆੜ੍ਹਤੀਏ ਬਣਨੇ ਸ਼ੁਰੂ ਹੋਏ, ਜਾਂ ਜਿਹੜੀਆਂ ਖੇਤੀ ਨਾਲ ਸੰਬੰਧਿਤ ਕੀਟਨਾਸ਼ਕਾਂ ਦੀਆਂ ਦਵਾਈਆਂ ਦੀਆਂ ਦੁਕਾਨਾਂ ਨੇ ਉਸ ਪਾਸੇ ਵੱਲ ਲੋਕਾਂ ਨੇ ਜਾਣਾ ਸ਼ੁਰੂ ਕੀਤਾ। ਤਾਂ ਉਹਨਾਂ ਨੇ ਵੀ ਆਪਣੀ ਉਪਜ ਨੂੰ ਵਧਾਉਣ ਲਈ, ਆਪਣੀ ਕਾਸਟ ਨੂੰ ਘਟਾਉਣ ਲਈ ਸੀਰੀ ਨੂੰ ਕੱਢਿਆ, ਤੇ ਆਪਣੀ ਉਪਜ ਨੂੰ ਵਧਾਉਣ ਲਈ ਮਸ਼ੀਨਾਂ ਤੇ ਖਾਦਾਂ ਦੀ, ਤੇ ਫਿਰ ਬਾਅਦ ਦੇ ਵਿੱਚ ਜਾ ਕੇ ਜਿਹੜੀਆਂ ਕੈਮੀਕਲ ਖਾਦਾਂ ਨੇ, ਜਿਹੜੀਆਂ ਮਾਰੂ ਖਾਦਾਂ ਕਹਿੰਦੇ ਆ, ਉਹਨਾਂ ਦੀ ਵਰਤੋਂ ਤੋਂ ਵੀ ਆਪਾਂ ਨੇ ਗੁਰੇਜ਼ ਨਹੀਂ ਕੀਤਾ ਆਪਣੀ ਉਪਜ ਵਧਾਉਣ ਲਈ ਤੇ ਆਪਣੀ ਇਨਕਮ ਨੂੰ ਵਧਾਉਣ ਵਾਸਤੇ। ਕਿਉਂਕਿ ਲਗਾਤਾਰ ਹੀ ਖੇਤੀ ਦਾ ਜਿਹੜਾ ਅਨੁਭਵ ਦੱਸਦਾ ਪਿਆ ਕਿ ਇੱਕ ਹੱਦ ਤੋਂ ਬਾਅਦ ਫਿਰ ਜਿਹੜੀ ਇਨਕਮ ਹੈਗੀ ਆ ਉਹ ਆਮਦਨ ਘਟਣੀ ਸ਼ੁਰੂ ਹੋ ਜਾਂਦੀ ਆ। ਉਸ ਨੂੰ ਵਧਾਉਣ ਵਾਸਤੇ ਫਿਰ ਹੋਰ ਜਿਹੜੇ ਕੰਮ ਧੰਦੇ ਨੇ ਤੇ ਨੌਕਰੀਆਂ ਨੇ ਤੇ ਪੜ੍ਹਾਈ ਲਿਖਾਈ ਆ, ਉਹਨਾਂ ਦੇ ਵਿੱਚ ਕਿਸਾਨੀ ਨੇ ਜਾਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਨਾਲ ਜਿਹੜਾ ਕਿਰਤੀ ਕਾਮਾ ਸੀਗਾ ਉਸਨੇ ਸ਼ਹਿਰਾਂ ਦੀ ਜਿਹੜੀ ਮੰਡੀ ਦੇ ਵਿੱਚ ਜਾ ਕੇ ਉੱਥੇ ਪਹਿਲੇ ਤਾਂ ਅਨਾਜ ਮੰਡੀ ਦੇ ਵਿੱਚ ਉਹਨਾਂ ਨੇ ਕੰਮ ਲੱਭਣੇ ਸ਼ੁਰੂ ਕੀਤੇ, ਤੇ ਸਾਰਾ ਜਿਹੜਾ ਪੱਲੇਦਾਰੀ ਦਾ ਕੰਮ ਹੈ ਮੁੱਖ ਤੌਰ ਤੇ ਉਹ ਫਿਰ ਇਹਨਾਂ ਕਿਰਤੀ ਕਾਮਿਆਂ ਨੇ ਹੀ ਸੰਭਾਲਣਾ ਸੀਗਾ। ਤੇ ਇਹਨਾਂ ਨੇ ਵੀ ਪੜ੍ਹਾਈ ਲਿਖਾਈ ਵੱਲ ਰੁਜੂ ਕਰਨਾ ਸ਼ੁਰੂ ਕੀਤਾ ਇਸ ਧਿਰ ਨੇ। ਤਾਂ ਇੰਪਲੋਇਮੈਂਟ ਦੇ ਮਾਮਲੇ ਦੇ ਵਿੱਚ, ਪੜ੍ਹਾਈ ਲਿਖਾਈ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਵੀ ਹੋਣੀ ਸ਼ੁਰੂ ਹੋਈ। ਪਰ ਇਹਦੇ ਨਾਲ ਇੱਕ ਗੱਲ ਜਿਹੜੀ ਕਹੀ ਜਾਂਦੀ ਹੈ ਕਿ ਜਿਹੜਾ ਜਾਤੀ ਛੱਪਾ ਸੀਗਾ, ਜਿਹੜਾ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਪੁਰਾਣੇ ਸੰਬੰਧਾਂ ਦੇ ਵਿੱਚ ਇੱਕ ਜਾਤੀ ਛੱਪਾ ਸੀ ਤੇ ਇੱਕ ਖਾਸ ਅਧੀਨਗੀ ਤੇ ਹੀਣਤਾ ਸੀ, ਉਸ ਦੇ ਵਿੱਚੋਂ ਵੀ ਨਿਕਲਣ ਦਾ ਮੌਕਾ ਉਦੋਂ ਹੀ ਮਿਲਿਆ ਜਦੋਂ ਇਹ ਕਿਰਤੀ ਕਾਮਾ ਪਿੰਡ ਤੋਂ ਡਿਟੈਚ ਹੋਣਾ ਸ਼ੁਰੂ ਹੋਇਆ। ਪਰ ਪਿੰਡ ਜਿਹੜਾ ਥਾਂ ਉਹ ਮੂਲ ਰੂਪ ਦੇ ਵਿੱਚ ਲੋਕਾਂ ਦੇ ਸਥਾਈ ਤੌਰ ਤੇ ਇਕੱਠੇ ਰਹਿਣ ਦੀ ਥਾਂ ਹੈ। ਜੋ ਆਪਾਂ ਸ਼ਹਿਰ ਤੇ ਪਿੰਡ ਦੇ ਵਿੱਚ ਫਰਕ ਕਰਦੇ ਹਾਂ, ਤਾਂ ਸ਼ਹਿਰ ਜਿਹੜਾ ਹੈਗਾ ਉਹ ਇੱਕ ਇਸ ਤਰ੍ਹਾਂ ਦੀ ਥਾਂ ਹੈ ਜਿੱਥੇ ਕਿ ਇੱਕ ਕੰਮ ਕਰਨ ਵਾਲੇ ਲੋਕ ਜਿਹੜੇ ਅਲੱਗ-ਅਲੱਗ ਥਾਵਾਂ ਤੇ ਕੰਮ ਕਰਦੇ ਨੇ, ਦੂਰ-ਦੂਰ ਕੰਮ ਕਰਦੇ ਨੇ, ਉਹ ਇੱਕ ਥਾਂ ਤੇ ਰਹਿੰਦੇ ਨੇ। ਜਦੋਂ ਅਸੀਂ ਜਿਹੜੇ ਉਦਯੋਗਿਕ ਸ਼ਹਿਰ ਨੇ ਉਹਨਾਂ ਦੀ ਥੋੜੀ ਜਿਹੀ ਸਥਿਤੀ ਵੱਖਰੀ ਹੁੰਦੀ ਆ, ਕਿਉਂਕਿ ਉਦਯੋਗ ਦੇ ਨੇੜੇ ਦੀ ਜਿਹੜੀਆਂ ਬਸਤੀਆਂ ਹੁੰਦੀਆਂ ਨੇ ਉਹਦੇ ਵਿੱਚ ਉਸ ਉਦਯੋਗ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੀ ਰਹਿ ਰਹੇ ਹੁੰਦੇ ਨੇ, ਜਿੱਥੋਂ ਮਾਰਕਸ ਨੇ ਜਮਾਤੀ ਚੇਤਨਾ ਦੇ ਪੈਦਾ ਹੋਣ ਦਾ ਸੁਪਨਾ ਲਿਆ ਸੀਗਾ, ਕਿਉਂਕਿ ਇਹ ਬਹੁਤ ਵੱਡੇ ਪੱਧਰ ਦੇ ਉੱਪਰ ਲੋਕ ਇੱਕੋ ਥਾਂ ਤੇ ਕੰਮ ਕਰਦੇ ਨੇ, ਫਿਰ ਇੱਕੋ ਥਾਂ ਤੇ ਨੇੜੇ ਤੇੜੇ ਇੱਕ ਦੂਜੇ ਨਾਲ ਰਹਿੰਦੇ ਨੇ। ਜਿਹੜਾ ਇਹ ਜਿਹਨੂੰ ਅਸੀਂ ਇੰਡਸਟਰੀਅਲ ਸਿਟੀ ਕਹਿੰਦੇ ਆ, ਇਹ ਉਸ ਦੀ ਬਣਤਰ ਹੈ। ਪਰ ਸਾਡੇ ਜਿਹੜੇ ਸ਼ਹਿਰ ਨੇ ਸਾਡੇ, ਕਿਉਂਕਿ ਪੰਜਾਬ ਦੇ ਵਿੱਚ ਤਾਂ ਇੰਡਸਟਰੀ ਨਾ ਮਾਤਰ ਹੀ ਆ, ਜਿਹੜੀ ਇੰਡਸਟਰੀ ਹੈਗੀ ਵੀ ਆ ਉਸ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਬਹੁਤੇ ਸਥਾਨਕ ਨਹੀਂ ਹੈਗੇ, ਉਹ ਪ੍ਰਵਾਸੀ ਮਜ਼ਦੂਰ ਉਹਨਾਂ ਦੇ ਵਿੱਚ ਕੰਮ ਕਰਦੇ ਨੇ। ਤਾਂ ਸਾਡੇ ਕੋਲ ਉਸ ਕਿਸਮ ਦੀ ਕਲਪਨਾ ਨਹੀਂ ਹੈਗੀ ਸ਼ਹਿਰ ਦੀ। ਸਾਡੇ ਕੋਲ ਵਸੋਂ ਦੇ ਵਾਸਤੇ ਜਿਹੜੀ ਇੱਕ ਤਰ੍ਹਾਂ ਨਾਲ ਲੋਕਾਂ ਦਾ ਇੱਕ ਦੂਜੇ ਦੇ ਨਾਲ ਸਹਿਹੋਂਦ ਵਾਲਾ ਰਿਸ਼ਤਾ, ਸਹਿਵਾਸ ਵਾਲਾ ਰਿਸ਼ਤਾ, ਕਿ ਇਕੱਠੇ ਰਹਿਣੇ ਆ, ਉਹ ਪਿੰਡ ਦੀ ਕਲਪਨਾ ਹੀ ਅਸੀਂ ਕਰਦੇ ਹਾਂ। ਤਾਂ ਉਸ ਪਿੰਡ ਦੇ ਇਸ ਤਰ੍ਹਾਂ ਦੇ ਭਾਈਚਾਰਕ ਤਰੇੜਾਂ ਗ੍ਰੀਨ ਰੈਵੋਲੂਸ਼ਨ ਦੇ ਨਾਲ ਉਦੋਂ ਆਉਣੀਆਂ ਸ਼ੁਰੂ ਹੋਈਆਂ, ਜਦੋਂ ਕੰਮ ਤੁਸੀਂ ਕਿਤੇ ਹੋਰ ਕਰ ਰਹੇ ਹੋ ਤੇ ਆ ਕੇ ਪਿੰਡ ਦੇ ਵਿੱਚ ਉਸ ਪੁਰਾਣੇ ਸੰਬੰਧ ਦੇ ਵਿੱਚ ਫਿਰ ਤੁਹਾਡੀ ਟੈਨਸ਼ਨ ਵੀ ਪੈਦਾ ਹੋਊਗੀ ਕਿ ਹੁਣ ਤੁਹਾਡੀ ਅਧੀਨਗੀ ਤਾਂ ਰਹੀ ਨਹੀਂ, ਤੁਹਾਡਾ ਸੰਬੰਧ ਤਾਂ ਰਿਹਾ ਨਹੀਂਗਾ, ਤੁਹਾਡੀ ਨਿਰਭਰਤਾ ਤਾਂ ਰਹੀ ਨਹੀਂ ਹੈਗੀ ਉਸ ਤੁਹਾਡੇ ਨਾਲ ਦੇ ਹੋਰ ਬੰਦਿਆਂ ਨਾਲ ਲਹਿੰਦੇ ਤੇ ਚੜ੍ਹਦੇ ਪਾਸੇ। ਦੋਹਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਸੰਬੰਧਤਾ, ਇੱਕ ਅੰਤਰ ਨਿਰਭਰਤਾ ਹੈਗੀ ਸੀ, ਉਹ ਤਾਂ ਹੈ ਨਹੀਂ ਗੀ। ਉਹ ਤੁਹਾਡੀ ਨਿਰਭਰਤਾ ਕਿਤੇ ਹੋਰ ਹੋਣੀ ਸ਼ੁਰੂ ਹੋ ਗਈ। ਮਜ਼ਦੂਰ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਥੋੜੇ ਜਿਹੇ ਬੰਦੇ ਜਿਹੜੇ ਦਿਹਾੜੀ ਕਰਦੇ ਨੇ ਉਹ ਤੁਹਾਨੂੰ ਮਿਲ ਗਏ। ਝੋਨੇ ਦੇ ਲਾਉਣ ਸਮੇਂ, ਕਟਾਈ ਸਮੇਂ ਤੁਹਾਡੇ ਕੋਲ ਪ੍ਰਵਾਸੀ ਮਜ਼ਦੂਰ ਆਉਣੇ ਸ਼ੁਰੂ ਹੋ ਗਏ, ਤੁਹਾਡੀ ਨਿਰਭਰਤਾ ਉਹਨਾਂ ਦੇ ਉੱਪਰ ਹੋ ਗਈ। ਤਾਂ ਤੁਸੀਂ ਰਹਿ ਇਕੱਠੇ ਰਹੇ ਹੋ, ਪਰ ਤੁਸੀਂ ਕੰਮਕਾਰ ਤੇ ਆਪਣੀ ਜਿਹੜਾ ਜੀਵਨ ਦਾ ਸਾਰਾ ਢਾਂਚਾ ਹੈਗਾ ਉਹ ਤੁਹਾਡਾ ਇੱਕ ਦੂਜੇ ਤੋਂ ਸੁਤੰਤਰ ਰੂਪ ਦੇ ਵਿੱਚ ਚੱਲਣਾ ਸ਼ੁਰੂ ਹੋ ਗਿਆ। ਤਾਂ ਇਹ ਇੱਕ ਖਾਸ ਤਰ੍ਹਾਂ ਦਾ ਨਵਾਂ ਪਿੰਡ ਹੋਣ ਦੇ ਵਿੱਚ ਆਇਆ, ਜਿਸ ਪਿੰਡ ਦੇ ਵਿੱਚ ਅੰਤਰ ਨਿਰਭਰਤਾ ਵਾਲੇ ਸੰਬੰਧਾਂ ਵਾਲੇ ਲੋਕ ਨਹੀਂ ਰਹਿੰਦੇ, ਸਗੋਂ ਇੱਕ ਸਥਾਨ ਦੇ ਉੱਪਰ ਲੰਬੇ ਸਮੇਂ ਤੋਂ ਰਹਿਣ ਦੇ ਆਦੀ ਹੋਏ ਹੋਏ ਲੋਕ ਇੱਕ ਦੂਜੇ ਨਾਲ ਰਹਿੰਦੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਆਰਥਿਕ ਨਿਰਭਰਤਾਵਾਂ ਨੇ ਉਹ ਕਿਤੇ ਹੋਰ ਨੇ। ਤੇ ਇਸੇ ਕਰਕੇ ਜਦੋਂ ਆਰਥਿਕ ਨਿਰਭਰਤਾਵਾਂ ਹੋਰ ਨੇ ਤਾਂ ਉਹਨਾਂ ਦਾ ਕੰਮ ਕਿਤੇ ਹੋਰ ਹੈ, ਉਹਨਾਂ ਦੀ ਅੰਤਰ ਕਿਰਿਆ ਕਿਤੇ ਹੋਰ ਹੈ, ਉਹਨਾਂ ਦਾ ਸੋਸ਼ਲ ਇੰਟਰੈਕਸ਼ਨ ਜਿਹੜਾ ਹੈਗਾ ਉਹ ਕਿਤੇ ਹੋਰ ਹੋਣ ਲੱਗ ਪਿਆ, ਤੇ ਉਹਨਾਂ ਦੇ ਜੋੜ ਮੇਲ ਵੀ ਕਿਤੇ ਹੋਰ ਹੋਣ ਲੱਗ ਪਏ ਸਮਾਜਿਕ ਤੌਰ ਤੇ। ਉਹਨਾਂ ਦੀ ਤੁਸੀਂ ਜਿਹੜੀਆਂ ਕਹਾਣੀਆਂ ਨੇ, ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਵਿੱਚ ਵੀ ਇਸ ਕਿਸਮ ਦੇ ਵੇਰਵੇ ਆਉਂਦੇ ਨੇ ਕਿ ਇੱਕ ਜਿਹੜਾ ਹੈਗਾ ਵਿਅਕਤੀ ਆ ਉਹ
ਭਾਵੇਂ ਕਿਸਾਨੀ ਨਾਲ ਸੰਬੰਧਿਤ ਹੈ, ਪਰ ਉਹ ਟਾਂਗੇ ਵਾਲਿਆਂ ਦੇ ਨਾਲ ਕਿਵੇਂ ਆਪਣੇ ਆਪ ਨੂੰ ਇੱਕਮਿਕਤਾ ਦੇ ਵਿੱਚ ਬੱਝਿਆ ਹੋਇਆ ਮਹਿਸੂਸ ਕਰਦਾ, ਆਪਣੇ ਇੱਕ ਕੰਮ ਕਰਨ ਵਾਲੇ ਲੋਕਾਂ ਦੀ ਆਪਣੇ ਤਰ੍ਹਾਂ ਦੀ ਸਾਂਝ ਪਿੰਡ ਤੋਂ ਬਾਹਰ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਕਿਸਮ ਦੀਆਂ ਸਾਂਝਾਂ ਜਿਹੜੀਆਂ ਨੇ ਉਹ ਜਦੋਂ ਬਣਨੀਆਂ ਸ਼ੁਰੂ ਹੋਈਆਂ ਤਾਂ ਪਿੰਡ ਦੀਆਂ ਸਾਂਝਾਂ ਕੁਦਰਤੀ ਗੱਲ ਹੈ, ਉਹਨਾਂ ਦਾ ਆਧਾਰ ਖੁਰਨਾ ਸ਼ੁਰੂ ਹੋ ਗਿਆ। ਤਾਂ ਪਿੰਡ ਫਿਰ ਉਹੋ ਜਿਹਾ ਨਹੀਂ ਰਹੂਗਾ ਜਿਸ ਕਿਸਮ ਦਾ ਪਿੰਡ ਸਾਡਾ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਦਾ ਪਿੰਡ ਸੀ, ਉਹਦੇ ਵਿੱਚ ਸਬੰਧ ਵੀ ਉਹੋ ਜਿਹੇ ਨਹੀਂ ਰਹਿਣਗੇ। ਇਸੇ ਕਰਕੇ ਜਦੋਂ ਅਸੀਂ ਹੁਣ ਦੇਖ ਰਹੇ ਹਾਂ ਕਿ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਚੱਲਦਾ ਹੈ ਤਾਂ ਉਹਦੇ ਵਿੱਚ ਦੋ ਧਿਰਾਂ ਬੜੀਆਂ ਸਪਸ਼ਟ ਰੂਪ ਦੇ ਵਿੱਚ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਆ ਕੇ ਖੜੀਆਂ ਹੋ ਜਾਂਦੀਆਂ ਨੇ, ਤੇ ਜਿਸ ਦਾ ਆਧਾਰ ਮੂਲ ਰੂਪ ਦੇ ਵਿੱਚ ਜਾਤੀ ਹੁੰਦਾ, ਕਿਉਂਕਿ ਜਾਤ ਠੋਸ ਹੋ ਗਈ ਗ੍ਰੀਨ ਰੈਵੋਲੂਸ਼ਨ ਦੇ ਨਾਲ, ਕੰਕਰੀਟ ਹੋ ਗਈ, ਜ਼ਿਆਦਾ ਕੰਕਰੀਟ ਹੋ ਗਈ। ਪਹਿਲਾਂ ਜਿਹੜੀ ਜਾਤ ਸੀਗੀ ਉਸ ਦੇ ਜਿਹੜੀ ਆਪਣੇ ਆਪ 'ਚ ਜਾਤ ਆ ਉਹ ਖੁਰਦੀ ਸੀ ਜਦੋਂ ਲੋਕ ਇੱਕ ਦੂਜੇ ਦੇ ਨਾਲ ਇੰਟਰੈਕਟ ਵੀ ਕਰਦੇ ਸੀ, ਨਿਰਭਰਤਾ ਰੱਖਦੇ ਸੀਗੇ। ਗ੍ਰੀਨ ਰੈਵੋਲੂਸ਼ਨ ਦੇ ਨਾਲ ਜਿਹੜੀ ਜਾਤ ਹੈਗੀ ਆ ਉਹ ਜ਼ਿਆਦਾ ਕੰਕਰੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਉਸ ਦੇ ਨਾਲ ਕਿਉਂਕਿ ਤੁਹਾਡੀ ਨਿਰਭਰਤਾ ਹੈ ਨਹੀਂ, ਜਾਤ ਤੁਹਾਡੀ ਤੁਸੀਂ ਨਾਲ ਚੱਲੀ ਆ ਰਹੀ ਹੈ, ਉਹ ਤੁਹਾਡੀ ਸਾਧਨ ਸੰਪੰਨਤਾ ਦੇ ਨਾਲ ਆਪਣੇ ਵਰਗੇ ਜਿਹੜੇ ਲੋਕ ਨੇ ਉਹਨਾਂ ਨਾਲ ਸਾਂਝਦਾਰੀ ਨਾਲ ਤੁਹਾਡੀ ਜਿਹੜੀ ਖਾਸ ਪੋਲਿਟਿਕਸ ਵੀ ਵਿਕਸਿਤ ਹੋਈ ਕਿ ਤੁਸੀਂ ਉਹ ਪੋਲਿਟਿਕਸ ਕਰਨ ਲੱਗ ਪਏ ਜਿਹੜੀ ਪੋਲਿਟਿਕਸ ਤੁਹਾਡੀ ਜਿਹੜੀ ਜਾਤ ਦੇ ਨਾਲ ਜੁੜੀ ਹੋਈ ਪੋਲਿਟਿਕਸ ਆ। ਇਸ ਪੋਲਿਟਿਕਸ ਦਾ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਤੁਸੀਂ ਉਭਾਰ ਦੇਖ ਸਕਦੇ ਹੋ ਕਿ ਜਿਹੜੀ ਜਾਤ ਨਾਲ ਸੰਬੰਧਿਤ ਪੋਲਿਟਿਕਸ ਆ ਉਹ ਭਾਵੇਂ ਜੱਟਵਾਦ ਦੇ ਨਾਲ ਸੰਬੰਧਿਤ ਗੱਲਾਂ ਹੋਣ ਜੁੜੀਆਂ ਹੋਈਆਂ, ਜਾਂ ਉਹ ਜਿਹਨੂੰ ਅਸੀਂ ਅਪਰ ਕਾਸਟਿਜ਼ਮ ਕਹਿੰਦੇ ਆ ਉਹਦਾ ਜੁੜੀਆਂ ਹੋਈਆਂ ਹੋਣ, ਭਾਵੇਂ ਦਲਿਤ ਮੂਵਮੈਂਟ ਨਾਲ ਸੰਬੰਧਿਤ ਜੁੜੀਆਂ ਹੋਈਆਂ ਗੱਲਾਂ ਹੋਣ, ਉਹਦੇ ਵਿੱਚ ਜਿਹੜਾ ਜਾਤੀ ਹੈਗੀ ਆ ਉਹ ਠੋਸ ਹੋਣ ਤੋਂ ਬਾਅਦ ਉਸ ਕਿਸਮ ਦੀ ਰਾਜਨੀਤਿਕ ਸਰਗਰਮੀ ਜਿਹੜੀ ਜੀਵਨ ਦਾ ਹਿੱਸਾ ਬਣਨੀ ਸ਼ੁਰੂ ਹੋ ਜਾਂਦੀ ਹੈ। ਤੇ ਪਿੰਡ ਫਿਰ ਉਸ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਅਖਾੜਾ ਬਣ ਜਾਂਦਾ ਹੈ, ਜਾਤੀ ਟਕਰਾਵਾਂ ਦਾ ਵੀ ਵੱਖਰੇ ਤਰੀਕੇ ਨਾਲ ਅਖਾੜਾ ਬਣਦਾ। ਹੁਣ ਜਦੋਂ ਅਸੀਂ ਕੋਆਪਰੇਟਿਵ ਫਾਰਮਿੰਗ ਦੀਆਂ ਸੰਭਾਵਨਾਵਾਂ ਦੇ ਬਾਰੇ ਕਦੇ ਕੋਈ ਸੁਪਨਾ ਲੈਂਦਾ ਤਾਂ ਸਭ ਤੋਂ ਪਹਿਲਾਂ ਇਹੀ ਗੱਲ ਖੜੀ ਹੁੰਦੀ ਹੈ ਕਿ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਪੋਲੀਟੀਕਲ ਰਾਈਵੈਲਰੀ ਹੈ, ਇੰਨੀ ਜ਼ਿਆਦਾ ਰਾਜਨੀਤਿਕ ਦੁਸ਼ਮਣਬਾਜ਼ੀ ਹੈ ਕਿ ਉਹਦੇ ਵਿੱਚ ਕੀ ਕੋਆਪਰੇਟਿਵ ਫਾਰਮਿੰਗ ਨਾਮ ਦੀ ਚੀਜ਼ ਹੋ ਸਕਦੀ ਹੈ। ਇਹਦਾ ਜਿਹੜੀ ਆਪਾਂ ਗੱਲ ਕਰ ਸੀ ਇਹਦਾ ਇੱਕ ਹੋਰ ਮਤਲਬ ਤੁਸੀਂ ਧਿਆਨ ਨਾਲ ਦੇਖੋ ਕਿ ਇਹ ਨਹੀਂ ਕਿ ਜਿਹੜੇ ਲੋਕ ਨੇ ਉਹ ਰਾਜਨੀਤਿਕ ਤੌਰ ਤੇ ਸਿਰਫ ਇੱਕ ਜਾਂ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ, ਕਿਉਂਕਿ ਕੰਮ ਹੀ ਇੰਨੇ ਹੋ ਗਏ। ਤਾਂ ਉਹਨਾਂ ਸਾਰਿਆਂ ਦੀ ਜਿਹੜੀ ਉਤਪਾਦਕੀ ਸਿਰਜਣਾਤਮਕ ਖੇਤਰ ਨੇ ਉਹ ਵੱਖਰੇ ਹੋ ਜਾਣ ਕਰਕੇ ਜਿੱਥੇ ਜਿੱਥੇ ਉਹਨਾਂ ਦੀ ਸਾਂਝਦਾਰੀ ਬਣਦੀ ਹੈ ਉੱਥੇ ਉੱਥੇ ਉਸ ਕਿਸਮ ਦੀਆਂ ਰਾਜਨੀਤਿਕ ਧਿਰਬੰਦੀਆਂ ਦੇ ਵਿੱਚ ਲੋਕ ਸ਼ਾਮਿਲ ਹੋਣਾ ਸ਼ੁਰੂ ਕਰ ਦਿੰਦੇ। ਹੁਣ ਇੱਕ ਪਿੰਡ ਦਾ ਜਿਹੜਾ ਬੰਦਾ ਹੈਗਾ, ਜਿਹੜਾ ਧਨੀ ਕਿਸਾਨ ਹੈ, ਉਹ ਨਾਲ ਆੜਤ ਦਾ ਕੰਮ ਵੀ ਕਰਦਾ, ਤੇ ਉਸ ਦੀ ਜਿਹੜੀ ਸਾਂਝਦਾਰੀ ਹੈ ਉਹ ਆਪਣੇ ਵਰਗੇ ਉਹਨਾਂ ਲੋਕਾਂ ਦੇ ਨਾਲ ਬਣਨੀ ਸ਼ੁਰੂ ਹੁੰਦੀ ਹੈ ਸ਼ਹਿਰ ਦੇ ਵਿੱਚ ਵੀ, ਤੇ ਉਹਦਾ ਲੈਣ ਦੇਣ ਆੜਤ ਦੇ ਵਿੱਚ ਹੋਣ ਕਰਕੇ ਨਾਲ ਫਿਰ ਸ਼ੈਲਰ ਵਾਲਿਆਂ ਨਾਲ ਵੀ ਹੋਊਗਾ, ਤਾਂ ਉਹ ਉਸ ਕਿਸਮ ਦੀ ਰਾਜਨੀਤੀ ਵੱਲ ਨੂੰ ਰੁਜੂ ਕਰੂਗਾ। ਤੇ ਜਿਹੜਾ ਸ਼ਹਿਰ ਦੇ ਵਿੱਚ ਬੰਦਾ ਜਾਂਦਾ, ਇੱਥੋਂ ਕੰਮ ਕਰਦਾ, ਪੜ੍ਹਾਈ ਲਿਖਾਈ ਕਰਦਾ ਤੇ ਨੌਕਰੀ ਕਰਦਾ, ਉਸ ਦੀਆਂ ਜਿਹੜੀਆਂ ਖਿੱਚਾਂ ਨੇ ਪੜ੍ਹਨ ਲਿਖਣ ਤੋਂ ਬਾਅਦ ਕਿਸੇ ਹੋਰ ਤਰ੍ਹਾਂ ਦੇ ਦਾਇਰੇ ਦੇ ਵਿੱਚ ਹੋਣ ਕਰਕੇ ਉਸ ਦੀ ਰਾਜਨੀਤਿਕ ਜਿਹੜੀ ਹੈਗੀ ਆ ਐਸੋਸੀਏਸ਼ਨ ਜਾਂ ਸਾਂਝਦਾਰੀ ਆ ਕਿਤੇ ਹੋਰ ਹੋਣੀ ਸ਼ੁਰੂ ਹੋ ਸਕਦੀ ਹੈ। ਤਾਂ ਪਿੰਡ ਦੇ ਵਿੱਚ ਭਾਵੇਂ ਕਿਸਾਨੀ ਨਾਲ ਸੰਬੰਧਿਤ ਲੋਕ ਹੀ ਹੋਣ, ਕਿਸਾਨੀ ਦੀਆਂ ਵੀ ਅੱਗੇ, ਕਿਉਂਕਿ ਕਿਸਾਨੀ ਆਪਣੇ ਆਪ 'ਚ ਜਮਾਤ ਤਾਂ ਕੋਈ ਹੈ ਨਹੀਂ, ਹਨਾ, ਕਿਸਾਨੀ ਇੱਕ ਤਬਕਾ ਹੈ। ਤਬਕੇ ਤੇ ਜਮਾਤ ਦੇ ਵਿੱਚ ਆਪਾਂ ਨੂੰ ਅੰਤਰ ਸਮਝ ਲੈਣਾ ਚਾਹੀਦਾ ਕਿ ਜਮਾਤ ਦਾ ਸੰਬੰਧ ਜਿਹੜਾ ਹੈਗਾ ਉਤਪਾਦਨ ਦੇ ਸੰਬੰਧਾਂ ਨਾਲ, ਉਤਪਾਦਨ ਦੇ ਪ੍ਰਕਿਰਿਆ ਦੇ ਨਾਲ ਵੱਖਰੇ ਤਰ੍ਹਾਂ ਦਾ ਸੰਬੰਧ ਹੁੰਦਾ। ਹੁਣ ਕਿਸਾਨੀ ਜਿਹੜੀ ਹੈਗੀ ਆ ਉਹ 2 ਏਕੜ ਵਾਲੀ ਵੀ ਕਿਸਾਨੀ ਹੈ, ਮਾਰਜਨਲ ਕਿਸਾਨੀ ਵੀ ਹੈ, ਜਿਹੜੀ ਕਈ ਵਾਰ ਜ਼ਮੀਨ ਨਹੀਂ ਹੁੰਦੀ ਪਰ ਉਹ ਖੇਤੀ ਕਰ ਰਹੀ ਹੁੰਦੀ ਹੈ, ਹਨਾ, ਪਰ ਜਾਤੀ ਤੌਰ ਤੇ ਉਹ ਜੱਟ ਜਾਤੀ ਨਾਲ ਸੰਬੰਧਿਤ ਹੋ ਸਕਦੀ ਹੈ। ਤੇ ਐਵੇਂ ਮਤਲਬ 7 ਤੋਂ 15 ਏਕੜ ਦੇ ਮਾਲਕ ਵੀ ਨੇ, ਉਹਨਾਂ ਦੀ ਵੱਖਰੀ ਤਰ੍ਹਾਂ ਦੀ ਕਲਾਸ ਬਣਦੀ ਹੈ, ਤੇ 15 ਤੋਂ ਉੱਪਰ ਜਿਹੜੇ ਹੋਰ 25-30 ਏਕੜ ਤੋਂ ਸੈਂਕੜੇ ਏਕੜਾਂ ਤੱਕ ਜ਼ਮੀਨ ਹੈ, ਉਹਨਾਂ ਦੀ ਜਿਹੜੀ ਹੈਗੀ ਆ ਜਮਾਤੀ ਸਥਿਤੀ ਹੋਰ ਬਣਦੀ ਹੈ। ਪਰ ਇੱਕ ਤਬਕੇ ਦੇ ਤੌਰ ਤੇ ਵੀ ਇਕੱਠੇ ਹੋਣ ਦੇ ਬਾਵਜੂਦ ਕਿਸਾਨੀ ਦੀਆਂ ਵੱਖ-ਵੱਖ ਜਿਹੜੀਆਂ ਇਹ ਧਿਰਾਂ ਨੇ, ਇਹਨਾਂ ਦੀਆਂ ਰਾਜਨੀਤਿਕ ਹਮਦਰਦੀਆਂ ਲਾਜ਼ਮੀ ਤੌਰ ਤੇ ਵੱਖਰੇ ਵੱਖਰੇ ਤਰੀਕੇ ਧਿਰਾਂ ਨਾਲ ਹੋ ਸਕਦੀਆਂ। ਇੱਕ ਜਾਤੀ ਤਬਕੇ ਦੇ ਤੌਰ ਤੇ, ਇੱਕ ਸਮੂਹ ਦੇ ਤੌਰ ਤੇ ਪਿੰਡ ਵਿੱਚ ਭਾਵੇਂ ਉਹ ਇਕੱਠੀਆਂ ਹੋ ਜਾਂਦੀਆਂ ਨੇ, ਪਰ ਜਦੋਂ ਵਿਆਪਕ ਰੂਪ ਦੇ ਵਿੱਚ ਅਸੀਂ ਰਾਜਨੀਤਿਕ ਤਰ੍ਹਾਂ ਦੇ ਦੇਖਦੇ ਹਾਂ ਤਾਂ ਦੀਆਂ ਇਹਦੇ ਵਿੱਚ ਬਹੁਤ ਸਾਰੀਆਂ ਅੱਗੇ ਰਾਜਨੀਤਿਕ ਵੰਡਾਂ ਹੋ ਜਾਣਗੀਆਂ ਜਿਹੜੀਆਂ ਕਿ ਅੱਗੇ ਫਿਰ ਤੁਹਾਡੇ ਨਿੱਜੀ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ। ਕਿ ਠੀਕ ਹੈ ਕਿ ਇੱਕ ਤਬਕਾ ਦੂਜੇ ਤਬਕੇ ਦੇ ਅਗੇਂਸਟ ਆ ਫਿਰ ਇਕੱਠਾ ਹੋ ਗਿਆ, ਪਰ ਜੇ ਉਹ ਸਮੁੱਚੇ ਤੌਰ ਤੇ ਆਪਸ ਦੇ ਵਿੱਚ ਹੀ ਉਹਨਾਂ ਨੂੰ ਇੱਕ ਸਮੂਹ ਦੇ ਤੌਰ ਤੇ ਉਹਦੀ ਕਲਪਨਾ ਕੀਤੀ ਜਾਵੇ ਤਾਂ ਸਾਰਿਆਂ ਦੀਆਂ ਆਪੋ ਆਪਣੀਆਂ ਰਾਜਨੀਤਿਕ ਖਿੱਚਾਂ ਤੇ ਆਪਣੇ ਆਪਣੇ ਰਾਜਨੀਤਿਕ ਹਿੱਤ ਬਣਦੇ ਨੇ, ਕਿਉਂਕਿ ਸਾਰਿਆਂ ਦੀ ਆਪੋ ਆਪਣੀ ਤਰ੍ਹਾਂ ਦੀ ਆਰਥਿਕ ਸਥਿਤੀ ਤੇ ਆਰਥਿਕ ਸਰਗਰਮੀ ਬਣ ਜਾਂਦੀ ਹੈ। ਤਾਂ ਪਿੰਡ ਇੱਕ ਤਰ੍ਹਾਂ ਨਾਲ ਹੁਣ ਰਾਜਨੀਤਿਕ ਤੌਰ ਤੇ ਵੀ ਇੱਕ ਨਵਾਂ ਪਿੰਡ ਬਣਿਆ, ਜਿਸ ਦੇ ਵਿੱਚ ਭਾਈਚਾਰਕ ਸੰਬੰਧ ਜਿਹੜੇ ਹੈਗੇ ਨੇ ਉਹ ਬੜੇ ਸੈਕੰਡਰੀ ਕਿਸਮ ਦੇ ਹੋ ਗਏ। ਤਾਂ ਇਹਦੇ ਵਿੱਚ ਹੀ ਅੱਗੇ ਜਾ ਕੇ ਜਦੋਂ ਆਪਾਂ ਇਹ ਗ੍ਰੀਨ ਰੈਵੋਲੂਸ਼ਨ ਜਦੋਂ ਡਾਊਨਫਾਲ ਹੋਣਾ ਸ਼ੁਰੂ ਹੁੰਦਾ ਹੈ
ਗ੍ਰੀਨ ਰੈਵੋਲੂਸ਼ਨ ਦਾ ਭਾਵ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਖੇਤੀ ਦੇ ਵਿੱਚ ਜਿੰਨਾ ਕੁ ਮੁਨਾਫਾ ਮੁੱਢਲੇ ਤੌਰ ਤੇ ਹਿੱਸੇ ਆਇਆ ਸਬਸਿਡੀਆਂ ਦੇ ਰਾਹੀਂ, ਜਿਹਨੂੰ ਕਿ ਅਸੀਂ ਇਹ ਕਹਿੰਦੇ ਨੇ ਚੀਪ ਕ੍ਰੈਡਿਟ, ਕੇ ਸਸਤੇ ਲੋਨ ਮਿਲਣੇ ਸ਼ੁਰੂ ਹੋਏ। ਹੁਣ ਸਸਤੇ ਲੋਨ ਨੇ ਹੀ ਅੱਗੇ ਇਹ ਇੱਕ ਚੀਜ਼ ਪੈਦਾ ਕੀਤੀ ਕਿ ਪੈਸੇ ਤੁਹਾਡੇ ਕੋਲ ਹੈ ਨਹੀਂਗੇ, ਲੋਨ ਸਸਤਾ ਮਿਲ ਜਾਣਾ, ਉਹ ਟਰੈਕਟਰ ਵਾਸਤੇ ਮਿਲ ਜਾਣਾ, ਉਹ ਮਸ਼ੀਨਾਂ ਸੰਦਾਂ ਸਾਧਨਾਂ ਵਾਸਤੇ ਮਿਲ ਜਾਣਾ, ਪਰ ਕਿਉਂਕਿ ਉਹ ਜਿਹੜੇ ਦੂਸਰੇ ਲੋਨ ਨੇ ਘਰ ਬਣਾਉਣ ਵਾਸਤੇ ਤੇ ਜਿਹੜੇ ਕੰਜ਼ਿਊਮਰ ਲੋਨ ਨੇ ਉਹ ਮਹਿੰਗੇ ਨੇ, ਤਾਂ ਫਿਰ ਜਿਹੜੀਆਂ ਕੰਜ਼ਿਊਮਰ ਸਾਡੀਆਂ ਜ਼ਰੂਰਤਾਂ ਨੇ ਉਹਨਾਂ ਦੀ ਪੂਰਤੀ ਦੇ ਵਾਸਤੇ ਵੀ ਜਿਹੜਾ ਚੀਪ ਕ੍ਰੈਡਿਟ ਹੈ ਇਸ ਦੀ ਵਰਤੋਂ ਵੀ ਹੋਣੀ ਬੜੀ ਸੁਭਾਵਿਕ ਹੋ ਗਈ। ਕਿ ਤੁਸੀਂ ਵਿਆਹ ਕਰਨਾ, ਟਰੈਕਟਰ ਦੇ ਵਾਸਤੇ ਲੋਨ ਲਓ ਤੇ ਉਸ ਨੂੰ ਖਰੀਦ ਕੇ ਤੁਸੀਂ ਵੇਚ ਦਿਓ ਓਪਨ ਮਾਰਕੀਟ ਦੇ ਵਿੱਚ ਤੇ ਵਿਆਹ ਕਰ ਲਓ, ਤਾਂ ਜਿਹੜਾ ਉਹ ਵਿਆਜ ਸਸਤਾ ਹੈਗਾ ਉਸ ਦੀ ਟਰੈਕਟਰ ਦੀ ਕਿਸ਼ਤ ਆਪਣੀ ਤਾਰਦੇ ਰਹੋ। ਤੇ ਉਸ ਤਰੀਕੇ ਨਾਲ ਜਿਹੜਾ ਇਹ ਚੀਪ ਕ੍ਰੈਡਿਟ ਹੈ ਉਸ ਦੀ ਡਾਈਵਰਸ਼ਨ ਵੀ ਬਹੁਤ ਵੱਡੇ ਪੈਮਾਨੇ ਤੇ ਹੋਈ, ਤੇ ਉਸਨੇ ਵੀ ਸਾਡੇ ਜੀਵਨ ਦੇ ਵਿੱਚ ਜਿੰਨੀ ਕੁ ਕਿਸਾਨੀ ਜੀਵਨ ਦੇ ਵਿੱਚ ਉਪਭੋਗਤਾ ਲਿਆਂਦੀ ਹੈ ਉਹ ਚੀਪ ਕ੍ਰੈਡਿਟ ਦੇ ਸਮੇਂ ਵੀ ਆਉਣੀ ਸ਼ੁਰੂ ਹੋਈ, ਚੀਪ ਕ੍ਰੈਡਿਟ ਦੀ ਸਹੂਲਤ ਨੂੰ ਵਰਤਦਿਆਂ ਵੀ ਹੋਣੀ ਸ਼ੁਰੂ ਹੋਈ। ਤਾਂ ਇਸ ਸੂਰਤ ਦੇ ਵਿੱਚ ਇੱਕ ਨਵੀਂ ਸਥਿਤੀ ਦੇ ਵਿੱਚ ਪਹੁੰਚੇ ਜਦੋਂ ਅਸੀਂ ਗ੍ਰੀਨ ਰੈਵੋਲੂਸ਼ਨ ਦਾ ਡਾਊਨਫਾਲ ਹੁੰਦਾ, ਪਰ ਉਹਦੇ ਨਾਲ ਹੋਰ ਗੱਲਾਂ ਅੱਗੇ ਜੁੜ ਜਾਂਦੀਆਂ ਨੇ। ਵਿੱਦਿਆ ਦਾ ਜਿਹੜਾ ਹੈਗਾ, ਜਦੋਂ ਗ੍ਰੀਨ ਰੈਵੋਲੂਸ਼ਨ ਡੁੱਬਦਾ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਵਿੱਦਿਆ ਵੀ ਡੁੱਬਣੀ ਸ਼ੁਰੂ ਹੁੰਦੀ ਹੈ, ਵਿੱਦਿਆ ਦਾ ਪ੍ਰਬੰਧ ਵੀ ਡੁੱਬਣਾ ਸ਼ੁਰੂ ਹੁੰਦਾ। ਵਿੱਦਿਆ ਦੇ ਪ੍ਰਬੰਧ ਦੇ ਡੁੱਬਣ ਦੇ ਨਾਲ ਨਾਲ ਇੰਪਲੋਇਮੈਂਟ ਦਾ ਜਿਹੜਾ ਸਾਡਾ ਪ੍ਰਬੰਧ ਸੀਗਾ, ਜਿਹੜਾ ਸਾਡੀ ਥੋੜੀ ਬਹੁਤ ਸਰਕਾਰੀ ਸੁਰੱਖਿਅਤ ਨੌਕਰੀ ਸੀਗੀ, ਉਹ ਵੀ ਖਤਮ ਹੋਣੀ ਸ਼ੁਰੂ ਹੁੰਦੀ ਹੈ। ਤੇ ਇਸ ਦੇ ਖਤਮ ਹੋਣ ਦੇ ਨਾਲ ਅਨਿਸ਼ਚਿਤਤਾਵਾਂ ਵੱਧਦੀਆਂ ਨੇ ਤੇ ਦੁਬਾਰਾ ਤੋਂ ਅਸੀਂ ਬਹੁਤ ਸਾਰੀਆਂ ਸਹੂਲਤਾਂ, ਜਦੋਂ ਅਨਿਸ਼ਚਿਤਤਾ ਵੱਧਦੀ ਆ ਉਦੋਂ ਅਸੀਂ ਬਹੁਤ ਪਛੜਨਾ ਸ਼ੁਰੂ ਕਰ ਦਿੰਦੇ ਹਾਂ, ਬਹੁਤ ਹੀ ਪਛੜੇਵੇਂ ਭਰੀਆਂ ਗੱਲਾਂ ਸਾਡੇ ਜੀਵਨ ਦਾ ਹਿੱਸਾ ਬਣਨੀਆਂ ਸ਼ੁਰੂ ਹੋ ਜਾਂਦੀਆਂ। ਤਾਂ ਇਸ ਪਛੜੇਵੇਂ ਦਾ ਪ੍ਰਮਾਣ ਹੈ ਕਿ ਜੇ ਅਸੀਂ ਹੁੰਦੇ ਅਸੀਂ ਯਾਨੀ ਸਾਡਾ ਹਿਊਮਨ ਗਰੋਥ ਹੁੰਦੀ ਜਾਂ ਡਿਵੈਲਪਮੈਂਟ ਹੋ ਰਹੀ ਹੁੰਦੀ, ਤਾਂ ਜਦੋਂ ਮੈਡੀਕਲ ਤਕਨੀਕ ਦੇ ਵਿੱਚ ਨਵੀਆਂ ਤਕਨੀਕਾਂ ਆਈਆਂ, ਮੈਡੀਕਲ ਖੇਤਰ ਦੇ ਵਿੱਚ ਨਵੀਆਂ ਤਕਨੀਕਾਂ ਆਈਆਂ, ਤੇ ਉੱਥੇ ਫਿਰ ਅਸੀਂ ਭਰੂਣ ਹੱਤਿਆ ਲਈ ਮੈਡੀਕਲ ਤਕਨੀਕ ਦੀ ਵਰਤੋਂ ਨੂੰ ਤਰਜੀਹ ਦਿੱਤੀ, ਫਿਰ ਕੁੜੀਆਂ ਮਾਰਨੀਆਂ ਸ਼ੁਰੂ ਕੀਤੀਆਂ ਅਸੀਂ, ਹੈ ਨਾ। ਤੇ ਜਦੋਂ ਅਸੀਂ ਅਸੁਰੱਖਿਅਤ ਹੁੰਦੇ ਹਾਂ ਤਾਂ ਫਿਰ ਹਰ ਚੀਜ਼ ਸਾਨੂੰ ਪਛੜੇਵੇਂ ਵੱਲ ਲੈ ਕੇ ਜਾਣਾ ਸ਼ੁਰੂ ਕਰ ਦਿੰਦੀ ਹੈ। ਤੇ ਐਵੇਂ ਜਦੋਂ ਅਸੀਂ ਪਛੜੇਵੇਂ ਵੱਲ ਜਾਣਾ ਸ਼ੁਰੂ ਕੀਤਾ, ਆਪਣੇ ਹੋਂਦ ਦੀ ਜਿਹੜੀ ਆਪਣੀ ਮੌਲਿਕਤਾ ਤੇ ਖੁਦਮੁਖਤਿਆਰੀ ਆ ਉਸ ਨੂੰ ਵਿਸਾਰਨਾ ਸ਼ੁਰੂ ਕੀਤਾ, ਤਾਂ ਅਸੀਂ ਪੰਜਾਬੀ ਦਾ ਖਹਿੜਾ ਛੱਡਣਾ ਸ਼ੁਰੂ ਕਰਤਾ ਕਿ ਸਾਨੂੰ ਪੰਜਾਬੀ ਦੀ ਜ਼ਰੂਰਤ ਨਹੀਂ ਆ, ਅਸੀਂ ਪੰਜਾਬੀ ਤੋਂ ਬਿਨਾਂ ਕੰਮ ਚਲਾ ਸਕਦੇ ਹਾਂ। ਤੇ ਜਦੋਂ ਅਕਾਲੀ ਦਲ ਨੇ ਐਲਾਨ ਕੀਤਾ ਕਿ ਉਹ ਪ੍ਰਾਇਮਰੀ ਤੋਂ ਪਹਿਲੀ ਕਲਾਸ ਦੇ ਵਿੱਚੋਂ ਪੰਜਾਬੀ ਦੀ ਜਿਹੜੀ ਪੜ੍ਹਾਈ ਆ ਉਹਦੇ ਨਾਲ ਅੰਗਰੇਜ਼ੀ ਸ਼ੁਰੂ ਕਰਨਗੇ, ਤਾਂ ਸਾਰਿਆਂ ਨੇ ਇਸ ਗੱਲ ਦਾ ਸਮਰਥਨ ਕੀਤਾ। ਤੇ ਹੁਣ ਵੀ ਪੰਜਾਬ ਦਾ ਇੱਕ ਆਮ ਪੇਂਡੂ ਸਧਾਰਨ ਬੰਦਾ ਹੈਗਾ, ਉਹ ਕਹਿੰਦਾ ਮੈਨੂੰ ਕਿਉਂ ਨਹੀਂ ਅੰਗਰੇਜ਼ੀ ਪੜ੍ਹਨ ਦਾ ਅਧਿਕਾਰ ਹੈਗਾ। ਇਹਦਾ ਮਤਲਬ ਅਸੀਂ ਆਪਣੀ ਖੁਦਮੁਖਤਿਆਰੀ ਤੇ ਆਪਣੀ ਮੌਲਿਕਤਾ ਦਾ ਸੁਪਨਾ ਗਵਾ ਚੁੱਕੇ ਹਾਂ, ਅਸੀਂ ਪਛੜੇਵੇਂ ਵਾਲੀ ਗੱਲ ਨੂੰ ਇੱਕ ਤਰ੍ਹਾਂ ਨਾਲ ਅਪਣਾ ਚੁੱਕੇ ਹਾਂ। ਅੰਗਰੇਜ਼ੀ ਨੂੰ ਆਪਣੀ ਮਾਤ ਭਾਸ਼ਾ ਤੋਂ ਉੱਪਰ ਤਰਜੀਹ ਦੇਣੀ ਇਹ ਪਛੜੇਵੇਂ ਦਾ ਲੱਛਣ ਹੈ, ਨਾ ਕਿ ਇਹ ਕੋਈ ਵਿਕਾਸ ਦਾ ਲੱਛਣ ਹੈ, ਇਹ ਕੋਈ ਗਰੋਥ ਦਾ ਜਾਂ ਵਿਕਾਸ ਦਾ ਲੱਛਣ ਨਹੀਂ ਹੈਗਾ। ਕਿ ਦੁਨੀਆ ਦੇ ਵਿੱਚ ਕਿਤੇ ਹੈ ਨਹੀਂ ਇਹ ਕਿ ਲੋਕ ਆਪਣੀ ਮਾਤ ਭਾਸ਼ਾ ਦੀ ਬਜਾਏ ਸਿਰਫ ਗੁਲਾਮ ਮੁਲਕਾਂ ਦੇ ਵਿੱਚ ਹੀ ਇਹ ਹੋਇਆ। ਇਹਦਾ ਮਤਲਬ ਗੁਲਾਮ ਮੁਲਕਾਂ ਨੇ ਦੁਬਾਰਾ ਤੋਂ ਆਪਣੀ ਗੁਲਾਮੀ ਨੂੰ ਤਸਲੀਮ ਕਰਨਾ ਸ਼ੁਰੂ ਕੀਤਾ, ਗੁਲਾਮ ਮੁਲਕਾਂ ਦੇ ਲੋਕਾਂ ਨੇ, ਜਦੋਂ ਉਹਨਾਂ ਨੇ ਆਪਣੀ ਭਾਸ਼ਾ ਦੀ ਬਜਾਏ ਜਿਹੜੀ ਹੈਗੀ ਹੈ ਦੂਸਰੀ ਭਾਸ਼ਾ ਉਸ ਨੂੰ ਪੜ੍ਹਨ ਦੇ ਵਿੱਚ ਤਰਜੀਹ ਦੇਣ ਨੂੰ ਕਬੂਲ ਕੀਤਾ, ਰਾਜਨੀਤਿਕ ਤੌਰ ਤੇ ਕਬੂਲ ਕੀਤਾ, ਉਸ ਫੈਸਲੇ ਦਾ ਸਮਰਥਨ ਕੀਤਾ। ਇਹ ਗੱਲ ਤੁਹਾਨੂੰ ਸਪਸ਼ਟ ਹੋ ਗਈ ਹੋਊਗੀ ਕਿ ਜਿੱਥੇ ਅਸੀਂ ਸ਼ੁਰੂ ਹੋਏ, ਸੁਤੰਤਰਤਾ ਅੰਦੋਲਨ ਸ਼ੁਰੂ ਹੁੰਦਾ, ਉਦੋਂ ਇਸ ਗੱਲ ਦੇ ਉੱਪਰ ਫੈਸਲਾ ਹੋਇਆ ਸੀ ਕਿ ਜਿਉਂ ਹੀ ਅਸੀਂ ਆਜ਼ਾਦ ਹੋ ਜਾਂਦੇ ਹਾਂ ਤਾਂ ਅਲੱਗ-ਅਲੱਗ ਜਿਹੜੇ ਖਿੱਤੇ ਨੇ ਉਹਨਾਂ ਦੀਆਂ ਸੱਭਿਆਚਾਰਕ ਸਥਿਤੀਆਂ ਦੇ ਮੁਤਾਬਕ, ਉਹਨਾਂ ਦੀਆਂ ਭਾਸ਼ਾਵਾਂ ਦੇ ਮੁਤਾਬਕ, ਉਹਨਾਂ ਦੀ ਜਿਹੜੀ ਆਪਣੀ ਮੌਲਿਕਤਾ ਹੈਗੀ ਆ ਉਸ ਨੂੰ ਵਿਕਸਿਤ ਹੋਣ ਦਾ ਤੇ ਵਿਕਸਣ ਦਾ ਮੌਕਾ ਦੇਣ ਵਾਸਤੇ ਢਾਂਚਾ ਤਿਆਰ ਕੀਤਾ ਜਾਊਗਾ, ਜਿਹਦੇ ਵਿੱਚ ਸਾਰਾ ਪ੍ਰਬੰਧ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਚੱਲੂਗਾ, ਵਿੱਦਿਆ ਦਾ ਪ੍ਰਬੰਧ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਚੱਲੂਗਾ, ਨਿਆਂ ਵਿਵਸਥਾ ਉਹਨਾਂ ਦੀ ਭਾਸ਼ਾਵਾਂ ਦੇ ਵਿੱਚ ਚੱਲੂਗੀ। ਇਹ ਗੱਲ ਸਾਡੇ ਸੁਤੰਤਰਤਾ ਅੰਦੋਲਨ ਦੇ ਵਿੱਚ ਇੱਕ ਮਹੱਤਵਪੂਰਨ ਚੀਜ਼ ਸੀਗੀ। ਇਸ ਗੱਲ ਨੂੰ ਲੈ ਕੇ ਅਸੀਂ ਆਜ਼ਾਦੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ। ਜਦੋਂ ਖੁਦ ਹੀ ਅਸੀਂ ਆਪ ਤਿਆਗਤਾ, ਇਹਦਾ ਮਤਲਬ ਅਸੀਂ ਉਸ ਸੁਤੰਤਰਤਾ ਅੰਦੋਲਨ ਦੇ ਵਿੱਚ ਜਦੋਂ ਇਹ ਗੱਲ ਲਿਆ ਕੇ ਅਸੀਂ ਲੜਨਾ ਸ਼ੁਰੂ ਕੀਤਾ ਸੀ, ਉਸ ਤੋਂ ਪਿੱਛੇ ਚਲੇ ਗਏ ਸੀ। ਇਹ ਪਛੜੇਵੇਂ ਵਾਲੀ ਸਥਿਤੀ ਹੈ। ਤਾਂ ਅਸੀਂ ਇਸ ਪਛੜੇਵੇਂ ਨੂੰ ਉਹਨਾਂ ਦਿਨਾਂ ਦੇ ਵਿੱਚ ਕਬੂਲ ਕਰਨਾ ਸ਼ੁਰੂ ਕੀਤਾ ਜਦੋਂ ਇਸ ਤਰ੍ਹਾਂ ਦੇ ਸੁਧਾਰ ਜਿਹੜੇ ਹੈਗੇ ਨੇ, ਜਿਹਨੂੰ ਅਸੀਂ ਰਿਫਾਰਮ ਕਹਿ ਰਹੇ ਹਾਂ, ਇਕਨੋਮਿਕ ਰਿਫਾਰਮ ਕਹਿ ਰਹੇ ਹਾਂ, ਜਿਹਦੇ ਵਿੱਚ ਨਿੱਜੀਕਰਨ ਹੋ ਰਿਹਾ ਹੈ,
ਜਿਹਦੇ ਵਿੱਚ ਵਪਾਰੀਕਰਨ ਹੋ ਰਿਹਾ, ਉਹਦੇ ਵਿੱਚ ਹੀ ਮਾਤ ਭਾਸ਼ਾ ਦਾ ਬਹਿਸ਼ਕਾਰ ਹੋ ਕੇ ਅੰਗਰੇਜ਼ੀਕਰਨ ਵੀ ਨਾਲ ਹੋ ਰਿਹਾ। ਅਸੀਂ ਉਸ ਨੂੰ ਕਬੂਲ ਕਰਨਾ ਸ਼ੁਰੂ ਕੀਤਾ। ਇੱਕ ਹੋਰ ਚੀਜ਼ ਜਿਹੜੀ ਕੀਤੀ, ਉਹ ਕੀਤੀ ਠੱਗੀ ਵਾਲੀ ਵਿੱਦਿਆ, ਕਿ ਡਿਗਰੀ ਲਓ, ਤੁਹਾਡੇ ਕੋਲ 4 ਪੈਸੇ ਹੈਗੇ ਨੇ ਤੇ ਤੁਸੀਂ ਉਹ ਪੈਸੇ ਲਾ ਕੇ ਕਿਸੇ ਨਾਨ ਅਟੈਂਡਿੰਗ ਜਾਂ ਇੱਕ ਸਧਾਰਨ ਪ੍ਰਾਈਵੇਟ ਕਾਲਜ ਦੇ ਵਿੱਚ ਦਾਖਲਾ ਲਓ, ਤੇ ਬੱਚਾ ਉੱਥੇ ਪੜ੍ਹੇ ਜਾਂ ਨਾ ਪੜ੍ਹੇ, ਤੁਹਾਨੂੰ ਡਿਗਰੀ ਚਾਹੀਦੀ ਹੈ। ਕਿਉਂਕਿ ਤੁਹਾਨੂੰ ਆਤਮ ਵਿਸ਼ਵਾਸ ਨੇ ਭਰ ਦਿੱਤਾ ਸੀਗਾ, ਜਾਂ ਕਿ ਪੰਜਾਬ ਦੀ ਲੋਕਾਂ ਨੂੰ, ਵਿਸ਼ੇਸ਼ ਕਰਕੇ ਕਿਸਾਨੀ ਨੂੰ, ਇਸ ਆਤਮ ਵਿਸ਼ਵਾਸ ਨਾਲ ਭਰ ਦਿੱਤਾ ਸੀ ਕਿ ਉਹ ਪੈਸੇ ਨਾਲ ਕੁਝ ਵੀ ਖਰੀਦ ਸਕਦੇ ਨੇ ਤੇ ਉਹ ਡਿਗਰੀਆਂ ਹਾਸਲ ਕਰ ਸਕਦੇ ਨੇ। ਉਹ ਡਿਗਰੀ ਹਾਸਲ ਕਰਨ ਤੋਂ ਬਾਅਦ ਫਿਰ ਕਿਤੇ ਸਰਕਾਰੀ ਰਾਜਨੀਤਿਕ ਧਿਰਬੰਦੀ ਦੇ ਨਾਲ ਜੋੜ ਮੇਲ ਕਰਕੇ ਕੋਈ ਨੌਕਰੀ ਵੀ ਹਾਸਲ ਕਰ ਸਕਦੇ ਨੇ। ਇਸੇ ਕਰਕੇ ਹੁਣ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਜਿਹੜੀ ਭਾਸ਼ਾ ਵਰਤੀ ਜਾਂਦੀ ਹੈ, ਉਹਦੇ ਵਿੱਚ ਜਦੋਂ ਕਹਿੰਦੇ ਮੇਰਾ ਕੰਮ ਨਹੀਂ ਹੁੰਦਾ, ਤਾਂ ਇਹ ਲੀਡਰ ਮੇਰਾ ਕੰਮ ਨਹੀਂ ਕਰਦਾ, ਉੱਥੇ ਕੰਮ ਕਰਨ ਦਾ ਮਤਲਬ ਵਾਜਿਬ ਜਾਇਜ਼ ਕੰਮ ਨਹੀਂ ਹੁੰਦਾ, ਨਿੱਜੀ ਨਾਜਾਇਜ਼ ਨਾ ਵਾਜਿਬ ਕੰਮ ਹੁੰਦਾ। ਤੇ ਸਾਡੀ ਜਿਹੜੀ ਰਾਜਨੀਤਿਕ ਅੰਬੀਸ਼ਨ ਹੈ ਉਹ ਇਸ ਕੰਮ ਨਾਲ ਜੁੜ ਗਈ ਕਿ ਮੇਰਾ ਕਿਸੇ ਵੀ ਤਰੀਕੇ ਨਾਲ ਧੱਕਾ ਚੱਲੇ, ਮੇਰਾ ਕੰਮ ਹੋਵੇ, ਹੈ ਨਾ। ਮੇਰਾ ਕੰਮ ਜੇ ਨਹੀਂ ਹੁੰਦਾ ਤਾਂ ਰਾਜਨੀਤੀ ਬਣ ਕਿਸੇ ਕੰਮ ਦਾ ਨਹੀਂ। ਕੰਮ ਦਾ ਬੰਦਾ ਕੌਣ ਹੈ? ਜਿਹੜਾ ਤੁਹਾਡਾ ਨਾਜਾਇਜ਼ ਕੰਮ ਕਰ ਸਕਦਾ ਹੋਵੇ, ਜਿਹੜਾ ਤੁਹਾਡਾ ਨਿੱਜੀ ਕੰਮ ਕਰ ਸਕਦਾ ਹੋਵੇ, ਜਿਹੜਾ ਸਮੂਹਕ ਤੌਰ ਤੇ ਕਿਸੇ ਧਿਰ ਦੇ ਵਾਸਤੇ ਕੋਈ ਵਧੀਆ ਕੰਮ ਕਰ ਸਕਦਾ ਹੋਵੇ, ਭਲਾਈ ਕਰ ਸਕਦਾ ਹੋਵੇ, ਉਹ ਸਾਡਾ ਹੁਣ ਆਦਰਸ਼ ਨਹੀਂ ਹੈਗਾ, ਹੈ ਨਾ। ਪੰਜਾਬ ਦੇ ਵਿੱਚ ਜਿਨ੍ਹਾਂ ਦੇ ਕੋਲ ਵੀ ਗਿਆਨ ਦਾ ਪ੍ਰਵਚਨ ਹੈ, ਜਿਨ੍ਹਾਂ ਦੇ ਕੋਲ ਰਾਜਨੀਤਿਕ ਪ੍ਰਵਚਨ ਹੈ, ਜਿਨ੍ਹਾਂ ਕੋਲ ਸੰਪੰਨਤਾ ਹੈਗੀ ਹੈ, ਉਹਨਾਂ ਦੇ ਵਾਸਤੇ ਉਹ ਵਿਅਕਤੀ ਹੁਣ ਆਦਰਸ਼ਕ ਵਿਅਕਤੀ ਨਹੀਂ ਹੈਗਾ, ਜਿਹੜਾ ਸਮੂਹਕ ਤੌਰ ਤੇ ਸੋਚਦਾ ਤੇ ਸਮੂਹਕ ਤੌਰ ਤੇ ਕੰਮ ਕਰਦਾ। ਇਹ ਪਛੜਨਾ ਹੈ ਕਿ ਅਸੀਂ ਉਸ ਗੱਲ ਨੂੰ ਮੰਨਿਆ, ਅਸੀਂ ਆਪਣੀ ਮੌਲਿਕਤਾ ਤੇ ਭਾਈਚਾਰਕਤਾ ਨੂੰ ਤਿਆਗ ਕੇ ਇਸ ਨਿੱਜੀ ਸੌੜੇ ਹਿੱਤਾਂ ਦੀ ਸਮੁੱਚੀ ਜਿਹੜੀ ਜੀਵਨ ਸ਼ੈਲੀ ਹੈ ਉਸ ਨੂੰ ਅਪਣਾਇਆ, ਜਿਸ ਦੇ ਮੁਤਾਬਕ ਮੇਰਾ ਨਿੱਜੀ ਕੰਮ ਚਾਹੇ ਜਾਇਜ਼ ਆ ਭਾਵੇਂ ਨਾਜਾਇਜ਼ ਹੈ, ਭਾਵੇਂ ਦੂਜੇ ਦੀ ਛਾਤੀ ਤੇ ਪੈਰ ਰੱਖ ਕੇ ਮੈਨੂੰ ਅੱਗੇ ਵਧਣਾ ਪਵੇ, ਉਹ ਮੈਨੂੰ ਕਬੂਲ ਹੈ। ਤੇ ਸਮੂਹਕ ਜਿਹੜੇ ਭਲੇ ਦੀਆਂ ਚੀਜ਼ਾਂ ਨੇ ਉਹ ਅਸੀਂ ਤਿਆਗ ਦਿੱਤੀਆਂ। ਜਦੋਂ ਅਸੀਂ ਪਿੰਡ ਨੂੰ, ਖੇਤ ਨੂੰ, ਜ਼ਮੀਨ ਨੂੰ ਸਮੂਹਕਤਾ ਨਾਲ ਜੋੜ ਕੇ ਦੇਖਦੇ ਹਾਂ ਤਾਂ ਸਾਨੂੰ ਇਹਨਾਂ ਗੱਲਾਂ ਨਾਲ ਜੋੜ ਕੇ ਦੇਖਣਾ ਚਾਹੀਦਾ ਕਿ ਸੱਚੀ ਮੁੱਚੀ ਕਿੰਨਾ ਕੁ ਤਾਲੁਕ ਸੱਚੀ ਮੁੱਚੀ ਸਮੂਹਕਤਾ ਦਾ ਰਹਿ ਗਿਆ ਸਾਡੇ ਜੀਵਨ ਦੇ ਵਿੱਚ, ਹੈ ਨਾ। ਤਾਂ ਇਹ ਸਥਿਤੀ ਹੈ। ਇਹਦੇ ਵਿੱਚ ਤੁਰਦਿਆਂ ਉਹਦੇ ਨਿਖੇੜੇ ਪੈਦਾ ਹੋਣੇ ਸ਼ੁਰੂ ਹੁੰਦੇ ਨੇ। ਪਹਿਲਾਂ ਸੀਰੀ ਨਾਲ ਨਿਖੇੜਾ ਪੈਣਾ ਸ਼ੁਰੂ ਹੋਇਆ, ਫਿਰ ਆਪਸ ਦੇ ਵਿੱਚ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚ ਨਿਖੇੜੇ ਪੈਣੇ ਸ਼ੁਰੂ ਹੋਏ, ਕਿਉਂਕਿ ਮੁਨਾਫਾ ਜਿਹੜਾ ਹੈਗਾ ਉਹ ਹਰ ਉਹਦਾ ਵਿਅਕਤੀ ਦਾ, ਹਰ ਯੂਨਿਟ ਦਾ, ਜਿਹੜੀ ਖੇਤੀ ਦੇ ਵਿੱਚ ਜੁੜੀ ਹੋਈ ਯੂਨਿਟ, ਉਹਦਾ ਆਪਣਾ ਮੁਨਾਫਾ ਹੈ। ਉਹ ਮੁਨਾਫਾ ਹੁਣ ਭਾਈਆਂ ਨਾਲ ਸਾਂਝਾ ਨਹੀਂ ਹੈਗਾ। ਹੁਣ ਭਾਈ ਤੁਹਾਡੇ ਤੋਂ ਜ਼ਮੀਨ ਤੇ ਮਤਲਬ ਹਿੱਸਾ ਲੈ ਕੇ, ਠੇਕੇ ਦੇ ਉੱਪਰ ਜ਼ਮੀਨ ਲੈ ਕੇ ਤੁਹਾਡੀ ਖੇਤੀ ਕਰ ਦੇਵੇ, ਜਾਂ ਜਿਹੜੇ ਹੋਰ ਤੌਰ ਤਰੀਕੇ ਹੈਗੇ ਨੇ ਸਾਂਝੇ ਤੌਰ ਤੇ ਆਦਾਨ ਪ੍ਰਦਾਨ ਵਾਲੇ, ਉਹਨਾਂ ਦੀਆਂ ਸਟਰਕਚਰ ਦੇ ਵਿੱਚ ਕੰਮ ਕਰ ਲਵੇ, ਉਹ ਤੁਹਾਡੇ ਵਾਸਤੇ ਹੁਣ ਇੱਕ ਵੀ ਤੁਹਾਡੀ ਯੂਨਿਟ ਹੈਗੀ ਆ, ਉਹ ਦੂਸਰੀ ਯੂਨਿਟ ਨਾਲੋਂ, ਭਰਾ ਦੀ ਯੂਨਿਟ ਨਾਲੋਂ ਵੱਖਰੀ ਹੈ। ਤਾਂ ਜਿਹੜਾ ਭਾਈਚਾਰਾ ਹੈਗਾ ਉਹ ਅੰਦਰੋਂ ਉਹਦੀਆਂ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੁੰਦੀਆਂ ਨੇ। ਤੇ ਇਸੇ ਕਰਕੇ ਜਦੋਂ ਹੁਣ ਖੁਦਕਸ਼ੀਆਂ ਵੱਲੋਂ ਜਾ ਰਹੇ ਹਾਂ ਅਸੀਂ, ਤਾਂ ਲੋਕ ਖੁਦਕਸ਼ੀਆਂ ਵੱਲ ਨੂੰ ਇਸ ਲਈ ਜਾ ਰਹੇ ਨੇ ਕਿਉਂਕਿ ਉਹ ਇਸ ਸਾਰੀ ਪ੍ਰਕਿਰਿਆ ਦੇ ਚੱਲਦਿਆਂ ਹੋਇਆਂ ਪਹਿਲਾਂ ਸੀਰੀਆਂ ਤੋਂ, ਫਿਰ ਭਾਈਚਾਰੇ ਤੋਂ, ਫਿਰ ਨਾਲ ਦੇ ਭਾਈਆਂ ਦੇ ਪਰਿਵਾਰਾਂ ਤੋਂ ਇਸ ਰੂਪ ਦੇ ਵਿੱਚ ਨਿਖੜ ਚੁੱਕੇ ਨੇ ਕਿ ਕੋਈ ਵੀ ਕਿਸੇ ਦਾ ਫਿਰ ਇੱਕ ਤਰ੍ਹਾਂ ਨਾਲ ਦਿਲ ਦਾ ਸਾਥੀ ਤੁਹਾਡੇ ਨੇੜੇ ਤੇੜੇ ਰਹਿੰਦਾ ਨਹੀਂਗਾ। ਪਰਿਵਾਰਾਂ ਦੇ ਵਿੱਚ ਵੀ ਪਤਾ ਨਹੀਂ ਹੁੰਦਾ ਕਿ ਇਸ ਮੇਰੇ ਨਾਲ ਦੇ ਹਮਸਾਏ ਦੀ ਮਾਨਸਿਕ ਸਥਿਤੀ ਕੀ ਹੈ। ਬੋਝ ਜਿਹੜਾ ਹੈਗਾ ਉਹ ਵਿਅਕਤੀਆਂ ਵੱਲ ਨੂੰ ਸ਼ਿਫਟ ਹੋ ਗਿਆ। ਜਿਹੜਾ ਇੱਕ ਪੂਰੇ ਪਿੰਡ ਦਾ ਬੋਝ ਹੁੰਦਾ ਸੀਗਾ, ਜੇ ਕੋਈ ਔਖ-ਸੌਖ ਹੋ ਗਈ, ਕੋਈ ਧੰਗੇੜ ਹੋ ਗਈ, ਕੋਈ ਸੋਕਾ, ਕੋਈ ਹੜ੍ਹ, ਹੈ ਨਾ, ਕੋਈ ਫਸਲ ਮਾਰੀ ਗਈ, ਕੋਈ ਕੀੜਾ ਬਿਮਾਰੀ ਪੈ ਗਈ, ਹੈ ਨਾ, ਉਸ ਦਾ ਜਿਹੜਾ ਬੋਝ ਪੈਂਦਾ ਸੀ ਉਹ ਇੱਕ ਵੱਡੇ ਸਮੂਹ ਦੇ ਉੱਪਰ ਪੈਂਦਾ ਸੀ। ਤਾਂ ਉਹ ਵੱਡੇ ਸਮੂਹ ਤੋਂ ਪੈਂਦਾ ਜਿਹੜਾ ਉਹ ਬੋਝ ਆ ਉਹ ਤਬਦੀਲ ਹੁੰਦਾ ਸ਼ਿਫਟ ਹੁੰਦਾ ਇੱਕ ਪਰਿਵਾਰ ਤੇ ਪਰਿਵਾਰ ਦੇ ਵਿੱਚ ਵੀ ਫਿਰ ਇੱਕ ਮੈਂਬਰ ਦੇ ਉੱਪਰ ਫਿਕਸ ਹੋ ਗਿਆ। ਕਿਉਂਕਿ ਜਿਹੜੀ ਸਾਰੀ ਤਾਕਤ ਜਦੋਂ ਇੱਕ ਮੈਂਬਰ ਦੇ ਕੋਲ ਫਿਕਸ ਹੋ ਗਈ ਤਾਂ ਜ਼ਿੰਮੇਵਾਰੀਆਂ ਵੀ ਇੱਕ ਮੈਂਬਰ ਕੋਲ ਫਿਕਸ ਹੋਣੀਆਂ ਸ਼ੁਰੂ ਹੋ ਗਈਆਂ, ਜਿਹਦੇ ਵਿੱਚ ਪਰਿਵਾਰਕ ਤੌਰ ਤੇ ਵੀ ਸਾਰਿਆਂ ਦੇ ਜਿਹੜੇ ਮੂੰਹ ਨੇ ਉਹ ਅਲੱਗ-ਅਲੱਗ ਪਾਸੇ ਹੋਣੇ ਸ਼ੁਰੂ ਹੋ ਗਏ। ਸਾਡੀ ਫਿਰ ਵਿੱਦਿਆ ਦਾ ਢਾਂਚਾ ਵੀ ਇਹੋ ਜਿਹਾ ਕਿ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਬੰਦਾ ਆਪਣੇ ਪਰਿਵਾਰ ਨਾਲ ਲੁੱਟਣਾ ਸ਼ੁਰੂ ਕਰਦਾ। ਜਿਹੜੇ ਲੋਕ ਪੜ੍ਹੇ ਲਿਖੇ ਨਹੀਂ ਹੁੰਦੇ, ਹੈ ਨਾ, ਆਪਣੇ ਮਾਪਿਆਂ ਨਾਲੋਂ ਉਹਨਾਂ ਦਾ ਨਖੇੜਾ ਹੋਣਾ ਸ਼ੁਰੂ ਹੁੰਦਾ। ਲੱਗਦਾ ਵੀ ਇਹ ਮੂਰਖ ਲੋਕ ਨੇ, ਇਹਨਾਂ ਦੀ ਗੱਲ ਕੋਈ ਸਮਝਾਈ ਨਹੀਂ ਜਾ ਸਕਦੀ। ਜਦੋਂ ਅਸੀਂ ਪੜ੍ਹੀ ਜਿਹੜੀ ਉਚੇਰੀ ਵਿੱਦਿਆ ਜਿੰਨੀ ਜ਼ਿਆਦਾ ਲਵਾਂਗੇ, ਸੰਕਲਪੀ ਵਿੱਦਿਆ ਦੇ ਖੇਤਰ ਦੇ ਵਿੱਚ ਜਾਵਾਂਗੇ ਤੇ ਜੋ ਮਾਤ ਭਾਸ਼ਾ ਦੇ ਵਿੱਚ ਨਹੀਂ ਹੈਗੀ, ਤਾਂ ਫਿਰ ਤੁਸੀਂ ਆਪਣੇ ਮਾਤ ਭਾਸ਼ਾ ਦੇ ਨਾਲ ਜੁੜੇ ਹੋਏ ਘਰੇਲੂ ਵਾਤਾਵਰਨ ਦੇ ਵਿੱਚ ਆਪਣੇ ਗਿਆਨ ਦੀਆਂ ਗੱਲਾਂ ਸਾਂਝੀਆਂ ਕਰ ਹੀ ਨਹੀਂ ਸਕਦੇ। ਤਾਂ ਉਸ ਰੂਪ ਦੇ ਵਿੱਚ ਤੁਸੀਂ ਇਕੱਲੇ ਰਹਿਣੇ ਸ਼ੁਰੂ ਹੋ ਗਏ। ਤਾਂ ਇਹ ਸਾਰਾ ਸਿਲਸਿਲਾ ਹੈਗਾ ਜਿਹੜਾ, ਹੈ ਨਾ, ਜਿਸ ਦੇ ਨਾਲ ਅਸੀਂ ਹੁਣ ਜੂਝ ਰਹੇ ਹਾਂ, ਜਿੱਥੋਂ ਅਸੀਂ ਚੱਲ ਕੇ ਆਏ ਹਾਂ ਕਿ
ਰੈਂਡ ਏਲੀਏਨੇਸ਼ਨ ਐਕਟ ਤੋਂ ਲੈ ਕੇ ਚੱਲਦੇ ਚੱਲਦੇ ਗ੍ਰੀਨ ਰੈਵੋਲੂਸ਼ਨ, ਫਿਰ ਗ੍ਰੀਨ ਰੈਵੋਲੂਸ਼ਨ ਦਾ ਜਿਹੜਾ ਹੈਗਾ ਹੋਣਾ ਡਿੱਗਣਾ, ਤੇ ਫਿਰ ਉਸ ਤੋਂ ਬਾਅਦ ਵਿਦਿਆ ਦਾ ਬਰਬਾਦ ਹੋਣਾ, ਇੰਪਲੋਇਮੈਂਟ ਸੈਕਟਰ ਦਾ ਬਰਬਾਦ ਹੋਣਾ। ਇਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲੀਆਂ ਫਿਰ ਉਹ ਕੀ ਨਿਕਲੀਆਂ? ਝੂਠੀਆਂ ਡਿਗਰੀਆਂ ਲਓ, ਪੈਸੇ ਲਾਓ, ਨੌਕਰੀ ਦੀ ਆਸ ਰੱਖੋ, ਫਿਰ ਨੌਕਰੀਆਂ ਖਤਮ ਹੋ ਗਈਆਂ। ਜਦੋਂ ਨੌਕਰੀਆਂ ਖਤਮ ਹੋ ਗਈਆਂ ਤੇ ਝੂਠੀ ਡਿਗਰੀ ਜਿਹੜੀ ਹੈਗੀ ਆ ਉਹ ਤੁਸੀਂ ਨੌਨ ਅਟੈਂਡਿੰਗ ਹਾਸਲ ਕਰਨੀ ਹੈ ਤੇ ਉਹਦੇ ਵਾਸਤੇ 10-12 ਲੱਖ ਰੁਪਏ ਦੇਣਾ, ਤਾਂ ਫਿਰ ਕਿਉਂ ਨਾ ਬਾਹਰ ਦਓ। ਕਿ ਘੱਟੋ ਘੱਟ ਉਹਦੇ ਨਾਲ ਇੱਕ ਨਾਲ ਜੁੜ ਗਈ ਚੀਜ਼ ਕਿ ਜੇ ਬੰਦਾ ਬਾਹਰ ਚਲੇ ਜਾਂਦਾ ਤਾਂ ਉੱਥੇ ਦੀ ਜਿਹੜੀ ਕਿਰਤ ਮੰਡੀ ਆ ਉਹਦੇ ਵਿੱਚ ਖੱਪ ਸਕਦਾ, ਉਹਦੇ ਵਿੱਚ ਉਹ ਮਜ਼ਦੂਰੀ ਕਰ ਸਕਦਾ, ਉਹਦੇ ਵਿੱਚ ਉਹ ਪੰਪ ਦੇ ਕੰਮ ਕਰ ਸਕਦਾ, ਉਹਦੇ ਵਿੱਚ ਉਹ ਡਰਾਈਵਿੰਗ ਕਰ ਸਕਦਾ, ਉਹ 'ਚੋਂ ਬੇਰੀਆਂ ਤੋੜ ਸਕਦਾ, ਉਹ 'ਚੋਂ ਸੁਰੱਖਿਆ ਕਰਮਚਾਰੀ ਬਣ ਸਕਦਾ। ਤੇ ਇਸ ਤਰ੍ਹਾਂ ਦੀ ਚੀਜ਼ਾਂ ਹੋ ਸਕਦੀਆਂ ਨੇ ਵੀ ਜੇ ਤੁਸੀਂ ਪੈਸੇ ਹੀ ਲਾਉਣੇ ਨੇ, ਫਿਰ ਜੇ ਡਿਗਰੀ ਵੀ ਝੂਠੀ ਹੈ ਤੇ ਸਿੱਖਣਾ ਵੀ ਕੁਛ ਨਹੀਂ ਹੈਗਾ, ਤੇ ਫਿਰ ਇਹ ਸਾਰਾ ਕੰਮ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਾ ਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਕਿਉਂ ਨਾ ਕੀਤਾ ਜਾਵੇ। ਤਾਂ ਉਹ ਸ਼ਿਫਟ ਹੋ ਗਿਆ ਇੱਕਦਮ, ਕਿਉਂਕਿ ਜ਼ਮੀਨ ਦੇ ਨਾਲ, ਸਥਾਨ ਦੇ ਨਾਲ ਜਿਹੜੀ ਸਾਂਝਦਾਰੀ ਦਾ ਜਿਹੜਾ ਸਾਰਾ ਢਾਂਚਾ ਸੀ ਉਹ ਪਹਿਲਾਂ ਹੀ ਤਿੱਤਰ ਬਿੱਤਰ ਹੋ ਚੁੱਕਿਆ ਸੀ, ਤੇ ਵਿਅਕਤੀ ਜਿਹੜਾ ਹੈਗਾ ਉਹ ਫਿਰ ਆਪਣੇ ਬਾਰੇ ਹੀ ਸਿਰਫ ਸੋਚਦਾ ਕਿ ਮੈਂ ਸਰਵਾਈਵ ਕਿਵੇਂ ਕਰਨਾ। ਤਾਂ ਪੰਜਾਬ ਦਾ ਜਿਹੜਾ ਜਿਹਨੂੰ ਅਸੀਂ ਪੰਜਾਬ ਦਾ ਇੱਕ ਉਹ ਬੰਦਾ ਜਿਸ ਦੇ ਅੰਦਰ ਸਮੂਹਕਤਾ ਦੇ ਬੀਜ ਬੀਜੇ ਹੋਏ ਨੇ, ਸਮੂਹਕ ਜੀਵਨ ਜਿਉਂਦਾ, ਉਹ ਇੱਕ ਤਰ੍ਹਾਂ ਨਾਲ ਬਹੁਤ ਨਿਖੜ ਕੇ ਇੱਕ ਇਕੱਲੇ ਵਿਅਕਤੀ ਦੇ ਤੌਰ ਤੇ ਹੀ ਆਪਣੀ ਕਲਪਨਾ ਕਰਨੀ ਜਦੋਂ ਸ਼ੁਰੂ ਕਰ ਦਿੰਦਾ, ਫਿਰ ਉਹ ਪ੍ਰਵਾਸ ਵੱਲ ਜਾਂਦਾ, ਫਿਰ ਉਹ ਨਸ਼ਿਆਂ ਵੱਲ ਵੀ ਜਾਂਦਾ, ਫਿਰ ਉਹ ਖੁਦਕਸ਼ੀਆਂ ਵਾਲੇ ਪਾਸੇ ਵੀ ਉਹੀ ਵਿਅਕਤ ਜਾਂਦਾ। ਇਸ ਕਰਕੇ ਪਾਤਰ ਸਾਹਿਬ ਦੇ ਮੁਤਾਬਕ ਇਹ ਸਾਰੀ ਪ੍ਰਵਾਸ ਨੇ, ਖੁਦਕਸ਼ੀ ਕਰਨਾ ਪ੍ਰਵਾਸ ਹੈ, ਤੇ ਨਸ਼ੇ ਕਰਨਾ ਪ੍ਰਵਾਸ ਹੈ, ਤੇ ਪ੍ਰਵਾਸ ਤਾਂ ਆਪਣੇ ਆਪ ਦੇ ਵਿੱਚ ਪ੍ਰਵਾਸ ਹੀ ਹੈ ਕਿ ਚਲੋ ਇੱਥੋਂ ਚੱਲੀਏ। ਕਿਉਂਕਿ ਸਮੂਹਕਤਾ ਦਾ ਢਾਂਚਾ ਅਸੀਂ ਸਾਰਾ ਕੁਝ ਸਾਡੇ ਸਿਸਟਮ ਨੇ ਕੀਤਾ, ਖਦੇੜਿਆ, ਤੇ ਕੁਝ ਅਸੀਂ ਉਸ ਸਿਸਟਮ ਦੇ ਵਿੱਚ ਆਪਣੀ ਜਿਹੜੀ ਥਾਂ ਹੈ ਉਸ ਨੂੰ ਹਾਸਲ ਕਰਨ ਵਾਸਤੇ ਅਸੀਂ ਵੀ ਸਮੂਹਕਤਾ ਦਾ ਜਿਹੜਾ ਬਲਡੋਜ਼ਰ ਹੈ ਉਸ ਨੂੰ ਉਹਦੇ ਆਪ ਵੀ ਕਈ ਵਾਰ ਡਰਾਈਵਰ ਬਣੇ। ਅਸੀਂ ਜਿਹੜੀਆਂ ਚੀਜ਼ਾਂ ਸੱਭਿਆਚਾਰਕ ਤੌਰ ਤੇ ਹੋ ਸਕਦੀਆਂ ਸੀਗੀਆਂ, ਜਿਹੜੀਆਂ ਪੰਜਾਬੀ ਭਾਈਚਾਰਕਤਾ ਦੇ ਵਿੱਚ ਦੀਆਂ ਜੜ੍ਹਾਂ ਪਈਆਂ ਨੇ, ਉਹ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਸੀਗੀਆਂ, ਉਹਨਾਂ ਚੀਜ਼ਾਂ ਵੱਲ ਵੀ ਅਸੀਂ ਪਿੱਠ ਕਰ ਲਈ। ਅਸੀਂ ਦਾ ਮਤਲਬ ਡੋਮੀਨੇਟ ਕਰਨ ਵਾਲੇ ਲੋਕਾਂ ਨੇ, ਭਾਵੇਂ ਉਹ ਸਮਾਜਿਕ ਤੌਰ ਤੇ ਡੋਮੀਨੇਟ ਕਰਨ ਵਾਲੇ ਲੋਕ ਨੇ, ਭਾਵੇਂ ਉਹ ਰਾਜਨੀਤਿਕ ਤੌਰ ਤੇ ਡੋਮੀਨੇਟ ਕਰਨ ਵਾਲੇ ਲੋਕ ਨੇ, ਭਾਵੇਂ ਉਹ ਆਰਥਿਕ ਤੌਰ ਤੇ ਡੋਮੀਨੇਟ ਕਰਨ ਵਾਲੇ ਲੋਕ ਨੇ, ਉਹਨਾਂ ਨੇ ਇਹਨਾਂ ਚੀਜ਼ਾਂ ਵੱਲ ਪਿੱਠ ਕਰ ਦਿੱਤੀ। ਤਾਂ ਉਸ ਦਾ ਸਿੱਟਾ ਜਿੱਥੇ ਅਸੀਂ ਅਪੜੇ ਹੋਏ ਹਾਂ, ਜਿਸ ਦੇ ਵਿੱਚ ਜੇ ਅਸੀਂ ਆਰਥਿਕਤਾ ਦੀਆਂ ਪ੍ਰਕਿਰਿਆਵਾਂ ਨੂੰ ਹੀ ਫਾਈਨਲ ਮੰਨੀਏ ਕਿ ਉਹਨਾਂ ਨੇ ਕਲਚਰ ਦੇ ਉੱਪਰ ਅਸਰ ਪਾਉਣਾ, ਉਹ ਆਪਣਾ ਅਸਰ ਪਾ ਚੁੱਕੀਆਂ ਨੇ, ਉਹ ਆਪਣਾ ਅਸਰ ਦਿਖਾ ਚੁੱਕੀਆਂ ਨੇ, ਤੇ ਉਸ ਦੇ ਅਸਰ ਦਾ ਹੀ ਸਿੱਟਾ ਹੈ ਕਿ ਜਦੋਂ ਹੁਣ ਇਹਦੇ ਵਿੱਚ ਵੱਖਰੀਆਂ ਵੱਖਰੀਆਂ ਧਿਰਾਂ ਦੇ ਤਾਲਮੇਲ ਦੀ ਕੋਈ ਜਿਹੜੀ ਸਥਿਤੀ ਹੈ ਉਹ ਸਾਡੇ ਗ੍ਰਿਫਤ ਵਿੱਚ ਨਹੀਂ ਆ ਰਹੀ। ਧਿਰਾਂ ਤੁਹਾਨੂੰ ਬੜੀਆਂ ਸੁਤੰਤਰ ਰੂਪ ਦੇ ਵਿੱਚ ਕਾਰਜਸ਼ੀਲ ਨਜ਼ਰ ਆਉਣਗੀਆਂ। ਉਹ ਠੀਕ ਹੈ ਕਿ ਉਹ ਭੌਤਿਕ ਤੌਰ ਤੇ, ਸਰੀਰਕ ਤੌਰ ਤੇ ਤੁਹਾਨੂੰ ਇੱਕ ਥਾਂ ਤੇ ਇਕੱਠੀਆਂ ਦਿਖ ਸਕਦੀਆਂ ਨੇ, ਪਰ ਉਹਨਾਂ ਦੀ ਸੁਪਨਸਾਜ਼ੀ ਦੇ ਵਿੱਚ, ਉਹਨਾਂ ਦੀ ਲੜਾਈ ਦੇ ਢੰਗ ਤਰੀਕੇ ਦੇ ਵਿੱਚ, ਉਹਨਾਂ ਦੇ ਟਾਰਗੇਟਸ ਦੇ ਆਦਰਸ਼ਾਂ ਦੇ ਵਿੱਚ, ਉਹਨਾਂ ਦੇ ਨਿਸ਼ਾਨਿਆਂ ਦੇ ਵਿੱਚ, ਉਹਨਾਂ ਦੇ ਸੁਪਨਿਆਂ ਦੇ ਵਿੱਚ, ਉਹਨਾਂ ਦੇ ਭਵਿੱਖ ਦੀ ਕਲਪਨਾ ਦੇ ਵਿੱਚ ਤੁਹਾਨੂੰ ਕੋਈ ਬਹੁਤੀਆਂ ਸਾਂਝਾਂ ਨਜ਼ਰ ਨਹੀਂ ਆਉਂਦੀਆਂ। ਇਹਨਾਂ 'ਚ ਕੋਈ ਸਾਂਝ ਹੈ, ਹਰ ਇੱਕ ਦੀ ਆਪਣੀ ਆਪਣੀ ਚਾਹਤ ਹੈ, ਤੇ ਅਸੀਂ ਜੋ ਕੁਝ ਪਹਿਲਾਂ ਗਵਾ ਚੁੱਕੇ ਹਾਂ ਉਸ ਨੂੰ ਦੁਬਾਰਾ ਤੋਂ ਹਾਸਲ ਕਰਨ ਵਾਸਤੇ ਜਿਹੜੀ ਸਮੁੱਚੇ ਤੌਰ ਤੇ ਲੜਾਈ ਕਰਨੀ ਬਣਦੀ ਹੈ, ਉਸ ਨੂੰ ਲੜਨ ਦਾ ਕੋਈ ਬਹੁਤਾ ਨਿਸ਼ਾਨਾ ਸਾਨੂੰ ਨਜ਼ਰ ਨਹੀਂ ਆਉਂਦਾ। ਅਸੀਂ ਕਿਹੜੇ ਕੀ ਗਵਾਇਆ ਹੈ, ਅਸੀਂ ਕਿਵੇਂ ਭਾਈਚਾਰਕਤਾ ਨੂੰ ਗਵਾਇਆ। ਸ਼ਾਇਦ ਉਸ ਕਿਸਮ ਦੀ ਫਿਊਡਲ ਭਾਈਚਾਰਕਤਾ ਤਾਂ ਦੁਬਾਰਾ ਕਦੇ ਵੀ ਹੋਣ ਦੇ ਵਿੱਚ ਨਾ ਆ ਸਕੇ, ਤੇ ਉਸ ਨੂੰ ਲਿਆਉਣ ਦੀ ਜ਼ਿੱਦ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਸ ਭਾਈਚਾਰਕਤਾ ਦੇ ਵਿੱਚ ਹੋਰ ਬਹੁਤ ਸਾਰੇ ਉਹਦੇ ਖੱਡੇ ਨੇ। ਉਹਦੇ ਵਿੱਚ ਆਪਣੇ ਤਰ੍ਹਾਂ ਦਾ ਨਾਰੀ ਦੇ ਦਮਨ ਦਾ ਮੁੱਦਾ ਤੇ ਜਾਤੀ ਦਮਨ ਦਾ ਮੁੱਦਾ ਵੀ ਉਹਦੇ ਵਿੱਚ ਹੈਗਾ ਕਿ ਕੀ ਅਸੀਂ ਦੁਬਾਰਾ ਤੋਂ ਉਹ ਹਾਸਲ ਕਰਨਾ ਚਾਹਾਂਗੇ ਜਿਹਦੇ ਵਿੱਚ ਸਾਰਾ ਕੁਝ ਹੁੰਦਾ ਰਿਹਾ। ਪਰ ਅਸੀਂ ਉਸ ਭਾਈਚਾਰਕਤਾ ਦੇ ਅਗਲੇਰੇ ਵਿਕਾਸ ਦੇ ਜਿਹੜੇ ਮੌਕੇ ਸੀਗੇ, ਜਿਹੜੇ ਸਾਡੀ ਭਾਈਚਾਰਕਤਾ ਦੇ ਵੱਡੇ ਆਦਰਸ਼ਾਂ 'ਚ ਪਹਿਲਾਂ ਵੀ ਪਏ ਨੇ, ਹਨਾ, ਜਿਸ ਦਾ ਸੰਬੰਧ ਅਸੀਂ ਮੱਧ ਕਾਲ ਦੇ ਵਿੱਚ ਕਿੱਸਾ ਕਾਵ, ਗੁਰਬਾਣੀ, ਸੂਫੀ ਕਾਵ ਨਾਲ ਜੋੜ ਕੇ ਦੇਖ ਸਕਦੇ ਹਾਂ। ਇਹ ਨਹੀਂ ਕਿ ਉਹ ਚੀਜ਼ਾਂ ਪਈਆਂ ਨਹੀਂ ਹੈਗੀਆਂ, ਅਸੀਂ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਆਦਰਸ਼ਕ ਸੀ, ਜਿਹੜੀਆਂ ਲੋੜੀਂਦੀਆਂ ਸੀ, ਜਿਹੜੀਆਂ ਇੱਛੁਕ ਸੀਗੀਆਂ, ਉਹਨਾਂ ਚੀਜ਼ਾਂ ਨੂੰ ਛੱਡ ਕੇ ਜੋ ਫੌਰੀ ਮਿਲਦਾ ਸੀਗਾ ਉਹਦੇ ਖਿੱਚ ਦੇ ਵਿੱਚ ਜਦੋਂ ਚਲੇ ਗਏ, ਤਾਂ ਅਸੀਂ ਇਸ ਤਰ੍ਹਾਂ ਦਾ ਢਾਂਚਾ ਬਣਾਇਆ ਹੋਇਆ ਕਿ ਸਾਡੇ ਸੁਪਨਿਆਂ ਦੇ ਵਿੱਚ, ਸਾਡੀਆਂ ਖਾਹਿਸ਼ਾਂ ਦੇ ਵਿੱਚ ਬਹੁਤਾ ਤਾਲਮੇਲ ਬੈਠ ਨਹੀਂ ਰਿਹਾ। ਇਸ ਕਰਕੇ ਇਹ ਅੰਦੋਲਨ ਵੀ ਬਹੁਤ ਵੱਖ-ਵੱਖ ਤਰ੍ਹਾਂ ਦੇ ਸੁਪਨਿਆਂ ਨਾਲ ਜੁੜੇ ਹੋਏ ਲੋਕਾਂ ਦਾ ਹਾਲੇ ਇੱਕ ਇਕੱਠ ਹੈ। ਹਾਲੇ ਇਸ ਨੂੰ ਅਸੀਂ ਕੋਈ ਸੰਗਠਿਤ ਅੰਦੋਲਨ ਨਾਮ ਦੀ ਚੀਜ਼ ਦੇ ਰੂਪ ਦੇ ਵਿੱਚ ਅਜੇ ਕਲਪਨਾ ਨਹੀਂ ਕਰ ਰਹੇ। ਤਾਂ ਇਸ ਸਥਿਤੀ ਦੇ ਵਿੱਚ ਪਹੁੰਚਿਆ ਸਾਡਾ ਕਲਚਰ ਨੂੰ ਅਸੀਂ ਇੱਥੇ
ਅਸੀਂ ਹੁਣ ਇੱਕ ਤਰ੍ਹਾਂ ਸਾਡੀ ਜਿਹੜੀ ਸਥਿਤੀ ਆ ਬਹੁਤ ਮਿਲਗੋਭੇ ਵਾਲੀ ਹੈ। ਸਾਡੀਆਂ ਸੱਭਿਆਚਾਰਕ ਰਿਵਾਇਤਾਂ ਕੁਝ ਹੋਰ ਸੀਗੀਆਂ, ਸਾਡੀ ਜ਼ਮੀਨੀ ਸਥਿਤੀਆਂ ਕੁਝ ਹੋਰ ਸੀਗੀਆਂ, ਤੇ ਸਾਡੇ ਉਤਪਾਦਨ ਦੇ ਵਿੱਚ ਜੇ ਅਸੀਂ ਅੱਗੇ ਤੁਰਨਾ ਸੀ ਤਾਂ ਉਹਨਾਂ ਰਿਵਾਇਤਾਂ ਦੀ ਰੌਸ਼ਨੀ ਵਿੱਚ ਉਹਨਾਂ ਨਵੀਆਂ ਸਥਿਤੀਆਂ ਨਾਲ ਸਿੱਝਣ ਦੇ ਵਾਸਤੇ ਜਿਹੜੇ ਢਾਂਚੇ ਬਣਾਉਣੇ ਸੀਗੇ ਉਹ ਬਣ ਸਕਦੇ ਸੀਗੇ। ਪਰ ਸਾਡੇ ਉੱਪਰ ਜਿਹੜੀ ਗ੍ਰਿਫਤ ਹੈਗੀ ਆ ਉਹ ਸਾਡੇ ਉੱਪਰ ਸਿਸਟਮ ਦੀ ਗ੍ਰਿਫਤ। ਜਦੋਂ ਅਸੀਂ ਕਹਿੰਦੇ ਆ ਕਿ ਪੰਜਾਬੀ ਸਭ ਤੋਂ ਪਹਿਲਾਂ ਕਬੂਲ ਕਰਦਾ ਤਬਦੀਲੀ ਨੂੰ, ਤਾਂ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਪੰਜਾਬੀ ਕਿਤੇ ਸਭ ਕੁਝ ਹੀ ਤਾਂ ਨਹੀਂ ਕਬੂਲ ਕਰਦਾ ਕਿ ਜੋ ਕੁਝ ਵੀ ਹੋ ਰਿਹਾ ਉਸ ਨੂੰ ਸਭ ਕੁਝ ਨੂੰ ਕਬੂਲ ਕਰੀ ਜਾਣਾ। ਤੇ ਭਾਵੇਂ ਕਿ ਕਲਚਰ ਦੇ ਵਿੱਚ ਆਪਣੇ ਤਰ੍ਹਾਂ ਦੀ ਇੱਕ ਅੰਦਰੂਨੀ ਹੁੰਦੀ ਆ, ਇੱਕ ਤਰ੍ਹਾਂ ਦਾ ਇੱਕ ਪੂਰੀ ਮਸ਼ੀਨ ਹੈ ਇੱਕ ਤਰ੍ਹਾਂ ਦੀ, ਜਿਸ ਦੇ ਵਿੱਚ ਉਹ ਚੰਗੀਆਂ ਚੀਜ਼ਾਂ ਨੂੰ ਮਾਰਨ ਤੇ ਮਾੜੀਆਂ ਨੂੰ ਛੱਡਣ ਦੀ ਪ੍ਰਕਿਰਿਆ ਵੀ ਚੱਲਦੀ ਰਹਿੰਦੀ ਹੈ। ਪਰੰਤੂ ਪਿਛਲੇ ਸਾਲਾਂ ਦੇ ਅਨੁਭਵ ਦੇ ਆਧਾਰ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਸਭ ਕੁਝ ਨੂੰ ਹੀ ਅਪਣਾਉਣਾ ਸ਼ੁਰੂ ਕਰਤਾ ਕਿ ਜੋ ਵੀ ਮਤਲਬ ਉੱਪਰੋਂ ਸੱਤਾ ਵੱਲੋਂ ਹੋਇਆ ਉਸ ਨੂੰ ਅਸੀਂ ਆਪਣੀ ਜਿਹੜੀ ਸਵੀਕ੍ਰਿਤੀ ਦੇਣੀ ਸ਼ੁਰੂ ਕਰਤੀ। ਅਸੀਂ ਨਹੀਂ ਬਹੁਤਾ ਜ਼ਿਆਦਾ ਉਹਨਾਂ ਚੀਜ਼ਾਂ ਨੂੰ ਆਪਣੇ ਕਲਚਰ ਦੇ ਪਲੇਟਫਾਰਮ ਤੇ ਖੜ ਕੇ, ਕਲਚਰ ਦੀ ਸਟੇਜ ਦੇ ਉੱਪਰ ਖੜ ਕੇ ਉਹਨਾਂ ਚੀਜ਼ਾਂ ਦੇ ਨਾਲ ਇੱਕ ਆਲੋਚਨਾਤਮਕ ਸੰਵਾਦ ਰਚਾਉਣਾ ਜਿਹੜਾ ਸੀਗਾ ਉਹ ਬੰਦ ਕਰਤਾ। ਇਸ ਕਰਕੇ ਸਾਡੇ ਉੱਪਰ ਉਹ ਚੀਜ਼ਾਂ ਹਾਵੀ ਹੋ ਗਈਆਂ। ਅਸੀਂ ਹੁਣ ਕੇਂਦਰੀ ਜਿਹੜਾ ਸੱਤਾ ਦਾ ਪ੍ਰਵਚਨ ਹੈ ਉਸ ਦੇ ਅਧੀਨ ਵਗਦੇ ਹਾਂ, ਅਸੀਂ ਉਹਦੇ ਮੁਤਾਬਕ ਹੀ ਸੋਚਦੇ ਹਾਂ। ਤੇ ਕੇਂਦਰੀ ਪ੍ਰਵਚਨ ਜਿਹੜਾ ਹੈਗਾ ਉਹ ਅੰਤਰਰਾਸ਼ਟਰੀ ਕੇਂਦਰੀ ਪ੍ਰਵਚਨ ਦੇ ਅਧੀਨ ਹੋ ਕੇ ਸੋਚਦਾ ਪਿਆ। ਇਸ ਕਰਕੇ ਅਸੀਂ ਹੁਣ ਆਪਣੇ ਆਪ ਨੂੰ ਅੰਤਰਰਾਸ਼ਟਰੀ ਜਿਹੜਾ ਬਹੁਤ ਮਾਣ ਨਾਲ ਕਹਿੰਦੇ ਕਿ ਪੰਜਾਬੀ ਦਾ ਗਲੋਬਲ ਹੁੰਦੇ ਨੇ, ਇਸ ਗੱਲ ਨੂੰ ਅਸੀਂ ਹੁਣ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਤਾਂ ਵੀ ਅਸੀਂ ਵਿਦੇਸੀ ਲੋਕ, ਸਥਾਨਕ ਲੋਕ ਨਹੀਂ ਹੈਗੇ, ਅਸੀਂ ਤਾਂ ਗਲੋਬਲ ਲੋਕ ਆ। ਤੇ ਇਸ ਕਰਕੇ ਅਸੀਂ ਗਲੋਬਲਾਈਜੇਸ਼ਨ ਦੀ ਉਸ ਪ੍ਰਕਿਰਿਆ ਦਾ ਹਿੱਸਾ ਆਪਣੇ ਆਪ ਨੂੰ ਬਣਾ ਕੇ ਬੜਾ ਮਾਣ ਮਹਿਸੂਸ ਕਰਦੇ ਹਾਂ। ਠੀਕ ਹੈ, ਤਾਂ ਇਹ ਜਿਹੜੀਆਂ ਚੀਜ਼ਾਂ ਜੇ ਅਸੀਂ ਪੰਜਾਬੀ ਕਲਚਰ ਨੂੰ ਅੱਜ ਦੀ ਡੇਟ ਸਮਝਣਾ ਤਾਂ ਉਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਉਮੀਦ ਹੈ ਕਿ ਇਸ ਸਾਰੇ ਤਰੀਕੇ ਨਾਲ ਤੁਸੀਂ ਜਿਹੜਾ ਇਹਦਾ ਕਾਲਿਕ ਪਸਾਰ ਹੈ ਤੇ ਸੰਕਟ ਦਾ ਤੇ ਇਹਦਾ ਸਥਾਨਗਤ ਪਸਾਰ ਹੈ, ਅਤੇ ਉਸ ਦਾ ਇਹਨਾਂ ਦੋਵਾਂ ਕਾਲਿਕ ਪਸਾਰਾਂ ਤੇ ਜਿਹੜਾ ਸਥਾਨਗਤ ਪਸਾਰਾਂ ਦੇ ਸਾਡੇ ਹੁਣ ਦੇ ਕਲਚਰ ਦੇ ਵਿੱਚ ਕੀ ਅਸਰ ਪੈ ਰਹੇ ਨੇ, ਕੀ ਪਏ ਨੇ, ਕਿਸ ਤਰ੍ਹਾਂ ਦੇ ਸਾਡੇ ਰਿਸ਼ਤੇ ਬਣੇ ਨੇ, ਕਿਸ ਕਿਸਮ ਦੇ ਸਾਡੀਆਂ ਧਿਰਾਂ ਬਣੀਆਂ ਨੇ, ਇਹ ਧਿਰਾਂ ਫਿਰ ਸਾਡੇ ਅੰਦੋਲਨ ਦੇ ਵਿੱਚ, ਕਿਸਾਨੀ ਅੰਦੋਲਨ ਦੇ ਵਿੱਚ ਕਿਵੇਂ ਪ੍ਰਤੀਬਿੰਬਿਤ ਹੋ ਰਹੀਆਂ ਨੇ, ਇਹਨਾਂ ਗੱਲਾਂ ਨੂੰ ਅਸੀਂ ਸਮਝ ਸਕਦੇ ਹਾਂ। ਇੱਥੇ ਆਪਾਂ ਗੱਲ ਖਤਮ ਕਰਦੇ ਹਾਂ। ਅਗਲੇ ਲੈਕਚਰ ਦੇ ਵਿੱਚ ਫਿਰ ਦੁਬਾਰਾ ਮਿਲਾਂਗੇ ਤੇ ਕੁਝ ਹੋਰ ਚੀਜ਼ਾਂ, ਕੁਝ ਹੋਰ ਪਹਿਲੂ ਪੰਜਾਬੀ ਸੱਭਿਆਚਾਰ ਦੇ ਬਾਰੇ ਵਿਚਾਰਾਂ। ਬਹੁਤ ਬਹੁਤ ਧੰਨਵਾਦ।